ਪੋਪੂਲਰ ਕਲਚਰ ਸ਼ਬਦ ਤੁਸੀਂ ਸੁਣਿਆ ਹੋਊਗਾ। ਪੰਜਾਬੀ ਵਿੱਚ ਅਸੀਂ ਇਸ ਨੂੰ ਅਕਸਰ ਲੋਕਪ੍ਰਿਯ ਸੱਭਿਆਚਾਰ ਦੇ ਤੌਰ ਤੇ ਅਨੁਵਾਦ ਕਰਦੇ ਹਾਂ, ਪਰ ਇਹ ਉਹ ਸੰਕਲਪ ਹੈ ਜਿਹੜਾ ਹਲੇ ਪੰਜਾਬੀ ਅਕਾਦਮਿਕਤਾ ਦੇ ਵਿੱਚ ਬਹੁਤ ਹੀ ਸਪਸ਼ਟਤਾ ਦੇ ਨਾਲ ਸਥਾਪਿਤ ਨਹੀਂ ਹੋਇਆ ਕਿਉਂਕਿ ਜਿਹੜਾ ਦਾ ਸਾਰਾ ਸੰਕਲਪ ਹੈ ਇਹ ਮੁੱਖ ਤੌਰ ਤੇ ਪੱਛਮ ਦੇ ਵਿੱਚ ਹੋਂਦ 'ਚ ਆਇਆ ਤੇ ਸਾਡੇ ਕੋਲ ਜਿਹੜੀਆਂ ਸਿਰਜਣਾਵਾਂ ਨੇ ਉਹਨਾਂ ਨੂੰ ਅਸੀਂ ਬਹੁਤਾ ਨਿਖੇੜ ਕੇ ਨਹੀਂ ਦੇਖਦੇ। ਲੋਕ ਧਰਾਈ ਸਿਰਜਣਾਵਾਂ ਤੇ ਜਿਹੜੀਆਂ ਲੋਕਪ੍ਰਿਯ ਜਾਂ ਪਾਪੂਲਰ ਕਿਸਮ ਦੀਆਂ ਸਿਰਜਣਾਵਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਬਹੁਤਾ ਵੱਖਰਾ ਵੱਖਰਾ ਕਰਕੇ ਨਹੀਂ ਦੇਖਦੇ, ਪਰ ਪਾਪੂਲਰ ਕਲਚਰ ਲਾਜ਼ਮੀ ਤੌਰ ਤੇ ਲੋਕ ਧਾਰਾ ਨਾਲੋਂ ਜਾਂ ਲੋਕ ਸਿਰਜਣਾਵਾਂ ਨਾਲੋਂ ਵੱਖਰੀ ਚੀਜ਼ ਹੈ। ਠੀਕ ਹੈ, ਪਾਪੂਲਰ ਕਲਚਰ ਤੇ ਲੋਕ ਧਾਰਾਈ ਸਿਰਜਣਾ ਜਾਂ ਲੋਕ ਸਿਰਜਣਾ ਦਾ ਬੁਨਿਆਦੀ ਅੰਤਰ ਇਹ ਹੈ ਕਿ ਜਿਹੜੀਆਂ ਲੋਕ ਸਿਰਜਣਾਵਾਂ ਹੁੰਦੀਆਂ ਨੇ ਜਾਂ ਲੋਕ ਧਾਰਾਈ ਸਿਰਜਣਾਵਾਂ ਹੁੰਦੀਆਂ ਨੇ ਉਹਨਾਂ ਦਾ ਸਿਰਜਕ ਵੀ ਲੋਕ ਹੁੰਦਾ, ਉਹਨਾਂ ਦਾ ਸੰਚਾਰ ਕਰਨ ਵਾਲਾ ਵੀ ਲੋਕ ਹੁੰਦਾ ਅਤੇ ਉਹਨਾਂ ਦਾ ਗ੍ਰਹਿਣ ਕਰਨ ਵਾਲਾ ਜਾਂ ਉਪਭੋਗੀ ਵੀ ਕੰਜ਼ਿਊਮਰ ਵੀ ਲੋਕ ਹੀ ਹੁੰਦਾ। ਠੀਕ ਹੈ, ਇਸ ਕਰਕੇ ਉਹ ਲੋਕ ਦੁਆਰਾ ਸਿਰਜੀਆਂ ਗਈਆਂ ਹੁੰਦੀਆਂ ਨੇ, ਲੋਕਾਂ ਦੁਆਰਾ ਹੀ ਉਹ ਸੰਚਾਰੀਆਂ ਜਾਂਦੀਆਂ ਤੇ ਲੋਕਾਂ ਨੂੰ ਹੀ ਸੰਚਾਰੀਆਂ ਜਾਂਦੀਆਂ ਨੇ, ਭਾਵ ਲੋਕ ਆਪਣੇ ਆਪ ਨੂੰ ਹੀ ਇਹ ਚੀਜ਼ਾਂ ਸੰਚਾਰਦਾ। ਪਰ ਜਿਹੜਾ ਲੋਕਪ੍ਰਿਯ ਹੈਗਾ ਉਸ ਦੇ ਵਿੱਚ ਜਿਹੜਾ ਸਿਰਜਣਾ ਹੈਗੀ ਆ ਉਹ ਲੋਕਾਂ ਦੀ ਸਮੂਹਕ ਸਿਰਜਣਾ ਨਹੀਂ ਹੁੰਦੀ, ਪਰੰਤੂ ਲੋਕਾਂ ਦਾ ਜਿਹੜਾ ਹੁੰਗਾਰਾ ਹੁੰਦਾ ਉਹ ਬਹੁਤ ਵਿਆਪਕ ਹੁੰਦਾ ਤੇ ਲੋਕ ਉਸ ਨੂੰ ਇੱਕ ਤਰ੍ਹਾਂ ਨਾਲ ਅਪਣਾ ਲੈਂਦੇ ਨੇ, ਉਸ ਨੂੰ ਹੁੰਗਾਰਾ ਦਿੰਦੇ ਨੇ ਅਤੇ ਇਸ ਤਰੀਕੇ ਨਾਲ ਉਹ ਚੀਜ਼ ਜਿਹੜੀ ਹੈਗੀ ਆ ਉਹ ਲੋਕਾਂ ਦੇ ਵਿੱਚ ਹਰਮਨ ਪਿਆਰੀ ਹੋ ਜਾਂਦੀ ਹੈ। ਤਾਂ ਲੋਕ ਧਾਰਾਈ ਸਿਰਜਣਾਵਾਂ ਤੇ ਲੋਕਪ੍ਰਿਯ ਸਿਰਜਣਾਵਾਂ ਅਲੱਗ-ਅਲੱਗ ਚੀਜ਼ਾਂ ਹੁੰਦੀਆਂ ਨੇ। ਤੇ ਇੱਕ ਗੱਲ ਇਹ ਵੀ ਇੱਥੇ ਨੋਟ ਕਰ ਲੈਣੀ ਚਾਹੀਦੀ ਹੈ ਕਿ ਜਿੱਥੇ ਲੋਕ ਧਾਰਾ ਦਾ ਇੱਕ ਅਤੀਤ ਹੈ ਤੇ ਵਰਤਮਾਨ ਹੈ, ਜਾਂ ਕਹੀਏ ਕਿ ਲੋਕ ਧਾਰਾ ਜਦੋਂ ਤੋਂ ਮਨੁੱਖ ਜਨਮਿਆ ਉਦੋਂ ਤੋਂ ਹੀ ਅਸੀਂ ਕਹਿੰਦੇ ਹਾਂ ਕਿ ਲੋਕ ਸਿਰਜਣਾਵਾਂ ਹੁੰਦੀਆਂ ਨੇ ਤੇ ਮੱਧ ਕਾਲ ਦੇ ਵਿੱਚੋਂ ਦੀ ਹੁੰਦਿਆਂ ਹੋਇਆਂ ਅਸੀਂ ਆਧੁਨਿਕ ਕਾਲ ਦੇ ਵਿੱਚ ਵੀ ਲੋਕ ਧਾਰਾਈ ਸਿਰਜਣਾਵਾਂ ਦੀ ਕਾਰਜਸ਼ੀਲਤਾ ਨੂੰ ਤੇ ਪ੍ਰਭਾਵਸ਼ੀਲਤਾ ਨੂੰ ਦੇਖ ਸਕਦੇ ਹਾਂ, ਕਿਉਂਕਿ ਇਹ ਸਾਡੇ ਅੰਗ ਸੰਗ ਨਾਲ ਲੋਕ ਧਾਰਾ ਹਮੇਸ਼ਾ ਵਿਚਰਦੀ ਰਹਿੰਦੀ ਹੈ। ਮੁੱਢਲੇ ਦਿਨਾਂ ਤੋਂ ਹੀ ਜਦੋਂ ਲੋਕ ਧਾਰਾ ਦਾ ਅਨੁਸ਼ਾਸਨ ਸਥਾਪਿਤ ਹੋ ਰਿਹਾ ਸੀ ਉਦੋਂ ਹੀ ਇਹ ਗੱਲ ਵੀ ਸਥਾਪਿਤ ਹੋ ਗਈ ਸੀ ਕਿ ਲੋਕ ਧਾਰਾ ਮਹਿਜ ਅਤੀਤ ਨਾਲ ਸੰਬੰਧਿਤ ਨਹੀਂ ਹੁੰਦੀ, ਸਿਰਫ ਆਦਿਮ ਮਨੁੱਖ ਦੇ ਅਨੁਭਵਾਂ ਦਾ ਹੀ ਸੰਗ੍ਰਹਿ ਨਹੀਂ ਹੈਗੀ, ਬਲਕਿ ਇਹ ਵਰਤਮਾਨ ਦੇ ਵਿੱਚ ਵੀ ਪ੍ਰਭਾਵਕਾਰੀ ਤੇ ਕਾਰਜਸ਼ੀਲ ਹੁੰਦੀ ਹੈ ਤੇ ਲੋਕ ਉਹਨੂੰ ਜਿਉਂ ਰਹੇ ਹੁੰਦੇ ਨੇ, ਲੋਕਾਂ ਦੀ ਜ਼ਿੰਦਗੀਆਂ ਦੇ ਵਿੱਚ ਉਹਨਾਂ ਦਾ ਅਸਰ ਪੈ ਰਿਹਾ ਹੁੰਦਾ। ਇਸ ਕਰਕੇ ਲੋਕ ਧਾਰਾ ਅਤੀਤ ਤੋਂ ਚੱਲ ਕੇ ਵਰਤਮਾਨ ਤੱਕ, ਮੱਧ ਕਾਲ ਤੋਂ ਜਾਂ ਪੁਰਾਤਨ ਕਾਲ ਤੋਂ ਮੱਧ ਕਾਲ ਦੇ ਵਿੱਚੋਂ ਦੀ ਹੋ ਕੇ ਆਧੁਨਿਕ ਕਾਲ ਤੱਕ ਆਉਂਦੀ ਹੈ। ਪਰ ਜਿਹੜਾ ਪਾਪੂਲਰ ਕਲਚਰ ਹੈ ਇਹ ਲਾਜ਼ਮੀ ਤੌਰ ਤੇ ਆਧੁਨਿਕ ਵਰਤਾਰਾ ਹੈ। ਵਰਤਾਰਾ ਆਧੁਨਿਕ ਸਮਿਆਂ ਦੇ ਵਿੱਚ ਹੋਣ ਦੇ ਵਿੱਚ ਆਉਂਦਾ ਹੈ। ਜਦੋਂ ਅਸੀਂ ਨਿਤਾਰ ਕੇ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਕਿ ਪਾਪੂਲਰ ਕਲਚਰ ਕਿਸ ਕਿਸਮ ਦੀਆਂ ਸਿਰਜਣਾਵਾਂ ਨੂੰ ਕਿਹਾ ਜਾਣਾ ਸ਼ੁਰੂ ਹੋਇਆ ਜਾਂ ਮੁੱਢਲੇ ਤੌਰ ਤੇ ਪਾਪੂਲਰ ਕਲਚਰ ਦੀਆਂ ਜਿਹੜੀਆਂ ਸਿਰਜਣਾਵਾਂ ਨੇ ਉਹਨਾਂ ਦਾ ਸਰੂਪ ਕੀ ਸੀ, ਤਾਂ ਇਹ ਦੇਖਣ ਦੇ ਵਿੱਚ ਆਉਂਦਾ ਹੈ ਕਿ ਜਦੋਂ ਸ਼ਹਿਰੀਕਰਨ ਹੁੰਦਾ, ਅਰਬਨਾਈਜੇਸ਼ਨ ਹੁੰਦੀ ਹੈ ਤੇ ਅਰਬਨਾਈਜੇਸ਼ਨ ਖਾਸ ਕਰਕੇ ਜਿਹੜੇ ਉਦਯੋਗਿਕ ਉਤਪਾਦਨ ਦੇ ਕੇਂਦਰ ਨੇ ਉਹਨਾਂ ਦੇ ਆਲੇ ਦੁਆਲੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਰਹਿਣ ਲੱਗਦੇ ਨੇ। ਉਹਨਾਂ ਥਾਵਾਂ ਦੇ ਉੱਪਰ ਪਾਪੂਲਰ ਕਲਚਰ ਦੀਆਂ ਸਿਰਜਣਾਵਾਂ ਹੋਣੀਆਂ ਸ਼ੁਰੂ ਹੁੰਦੀਆਂ ਨੇ। ਇਸ ਕਰਕੇ ਪਾਪੂਲਰ ਕਲਚਰ, ਜਿਵੇਂ ਕਿ ਲੋਕ ਧਾਰਾ ਨੂੰ ਅਸੀਂ ਅਕਸਰ ਪਿੰਡ ਨਾਲ ਜੋੜ ਕੇ ਜ਼ਿਆਦਾਤਰ ਦੇਖਦੇ ਰਹੇ ਹਾਂ, ਭਾਵੇਂ ਕਿ ਲੋਕ ਧਾਰਾ ਸਿਰਫ ਪਿੰਡ ਨਾਲ ਸੰਬੰਧਿਤ ਨਹੀਂ ਹੁੰਦੀ, ਜਿਹੜਾ ਪਾਪੂਲਰ ਕਲਚਰ ਹੈ ਉਹ ਲਾਜ਼ਮੀ ਤੌਰ ਤੇ ਇੱਕ ਤਰ੍ਹਾਂ ਨਾਲ ਅਰਬਨ ਵਰਤਾਰਾ ਹੈ, ਇੱਕ ਤਰ੍ਹਾਂ ਨਾਲ ਸ਼ਹਿਰੀ ਕਿਸਮ ਦਾ ਵਰਤਾਰਾ ਹੈ। ਸ਼ਹਿਰੀ ਵਰਤਾਰਾ ਵੀ ਕਿਉਂਕਿ ਸ਼ਹਿਰ ਬੜੇ ਤਰ੍ਹਾਂ ਦੇ ਹੁੰਦੇ ਨੇ ਤੇ ਜਦੋਂ ਇਹ ਪੈਦਾ ਹੋਇਆ ਤਾਂ ਇਹ ਵਰਤਾਰਾ ਮੁੱਖ ਤੌਰ ਤੇ ਉਦਯੋਗਿਕ ਜਿਹੜੇ ਉਤਪਾਦਨ ਦੇ ਕੇਂਦਰ ਨੇ ਉਹਨਾਂ ਦੇ ਆਲੇ ਦੁਆਲੇ ਇਹ ਵਰਤਾਰਾ ਪੈਦਾ ਹੋਣਾ ਸ਼ੁਰੂ ਹੋਇਆ। ਲੋਕ ਧਾਰਾ ਦੀ ਸਿਰਜਣਾ ਦਾ ਤਾਲੁਕ
ਵੱਡੇ ਪੈਮਾਨੇ ਦੇ ਉੱਪਰ ਰਿਹਾਇਸ਼ ਦੇ ਨਾਲ ਹੈ। ਇਹ ਇਕੱਠੇ ਰਹਿੰਦੇ ਹੋਏ ਜਿਹੜੇ ਲੋਕ ਨੇ, ਜਿਹਨੂੰ ਬਸ਼ਿੰਦੇ ਕਹਿੰਦੇ ਆ ਆਪਾਂ, ਹੈ ਨਾ, ਜਿਹੜੇ ਵਸਦੇ ਹੋਏ, ਇਕੱਠੇ ਵਸਦੇ ਹੋਏ ਲੋਕ ਨੇ, ਉਹਨਾਂ ਦੀਆਂ ਜਿਹੜੀਆਂ ਸਮੂਹਕ ਸਿਰਜਣਾਵਾਂ ਨੇ ਉਹ ਲੋਕ ਧਾਰਾ ਦੇ ਦਾਇਰੇ ਦੇ ਵਿੱਚ ਆਉਂਦੀਆਂ ਨੇ। ਜਿਹੜਾ ਪਪੂਲਰ ਕਲਚਰ ਹੈ ਉਹ ਵੀ ਹੁੰਦਾ ਤਾਂ ਉੱਥੇ ਹੀ ਪੈਦਾ ਜਿੱਥੇ ਕਿ ਲੋਕ ਇਕੱਠਾ ਰਹਿੰਦੇ ਨੇ, ਪਰ ਇਹ ਸਦੀਆਂ ਤੋਂ ਇਕੱਠੇ ਨਹੀਂ ਰਹਿੰਦੇ ਹੁੰਦੇ, ਇਹ ਨਵਾਂ ਰਹਿਣਾ ਸ਼ੁਰੂ ਕਰਦੇ ਨੇ। ਤੇ ਇਹਨੂੰ ਤੈਅ ਕਰਨ ਵਾਲਾ, ਨਿਸ਼ਚਿਤ ਕਰਨ ਵਾਲਾ ਨੁਕਤਾ ਹੈਗਾ ਉਹ ਉਹਨਾਂ ਦਾ ਕੰਮ ਸਥਾਨ ਹੈ। ਕਿ ਇੱਕ ਉਦਯੋਗ ਹੈ, ਉਦਯੋਗ ਦੇ ਵਿੱਚ ਬਹੁਤ ਸਾਰੇ ਮਜ਼ਦੂਰ ਕੰਮ ਕਰਦੇ ਨੇ ਅਤੇ ਉਹ ਉਸ ਉਦਯੋਗ ਦੇ ਜਾਂ ਉਸ ਕਾਰਖਾਨੇ ਦੇ ਜਾਂ ਉਸ ਫੈਕਟਰੀ ਦੇ ਨੇੜੇ ਤੇੜੇ ਜਿਹੜੀਆਂ ਛੋਟੀਆਂ ਕਹੀਏ ਕਿ ਜਿਹੜੀਆਂ ਕਾਲੋਨੀਜ਼ ਨੇ, ਕਲੋਨੀਆਂ ਬਣਾ ਕੇ ਉੱਥੇ ਰਹਿਣਾ ਸ਼ੁਰੂ ਕਰਦੇ ਨੇ। ਤਾਂ ਇਸ ਸੂਰਤ ਦੇ ਵਿੱਚ ਕੰਮ ਸਥਾਨ ਉਹਨਾਂ ਦੀ ਰਿਹਾਇਸ਼ ਨੂੰ ਇੱਕ ਤਰ੍ਹਾਂ ਨਾਲ ਨਿਸ਼ਚਿਤ ਕਰ ਰਿਹਾ। ਰਹਿ ਉਹ ਇਕੱਠੇ ਰਹੇ ਨੇ, ਪਰ ਰਹਿ ਰਹੇ ਨੇ ਇਸ ਕਰਕੇ ਕਿਉਂਕਿ ਉਹ ਇੱਕ ਥਾਂ ਦੇ ਉੱਪਰ ਕੰਮ ਕਰ ਰਹੇ ਨੇ। ਤਾਂ ਇਸ ਸੂਰਤ ਦੇ ਵਿੱਚ ਜਿਹੜਾ ਪਪੂਲਰ ਕਲਚਰ ਇਹ ਉਸ ਅਰਬਨ ਸਥਲ ਦੇ ਉੱਪਰ, ਉਸ ਸ਼ਹਿਰੀ ਸਥਲ ਦੇ ਉੱਪਰ ਪੈਦਾ ਹੋਊਗਾ ਜਿਸ ਸ਼ਹਿਰੀ ਸਥਲ ਦੇ ਉੱਪਰ ਉਦਯੋਗ ਦੇ ਵਿੱਚ ਕੰਮ ਕਰਨ ਵਾਲੇ ਕਿਰਤੀ ਮਜ਼ਦੂਰ ਇਕੱਠੇ ਰਹਿਣਗੇ ਅਤੇ ਆਪਣੀਆਂ ਜਿਹੜੀਆਂ ਪਿਛਲੀਆਂ ਰਿਹਾਇਸ਼ਾਂ ਨੇ ਉਹ ਛੱਡ ਕੇ ਉਹ ਨਵੀਂ ਇੱਕ ਤਰ੍ਹਾਂ ਨਾਲ ਰਿਹਾਇਸ਼ ਦੇ ਵਿੱਚ ਆ ਕੇ ਰਹਿਣ ਲੱਗ ਪਏ ਨੇ। ਉੱਥੇ ਪਪੂਲਰ ਕਲਚਰ ਦੀਆਂ ਮੁੱਢਲੀਆਂ ਸਿਰਜਣਾਵਾਂ ਦੇ ਪ੍ਰਮਾਣ ਮਿਲਦੇ ਨੇ। ਤਾਂ ਇਸ ਬਾਰੇ ਇੱਕ ਨਿਖੇੜਾ ਜਿਹੜਾ ਕੀਤਾ ਜਾਂਦਾ ਕਿ ਇੱਕ ਜਦੋਂ ਆਧੁਨਿਕਤਾ ਆਉਂਦੀ ਹੈ, ਆਧੁਨਿਕਤਾ ਦੇ ਵਿੱਚ ਮਤਲਬ ਪਿੰਡ ਪਿੱਛੇ ਰਹਿ ਗਿਆ, ਪਰ ਆਧੁਨਿਕਤਾ ਦੇ ਆਉਣ ਦੇ ਨਾਲ ਇੱਕ ਐਲੀਟ ਕਿਸਮ ਦਾ ਸ਼ਹਿਰੀ ਸੱਭਿਆਚਾਰ ਵੀ ਪੈਦਾ ਹੁੰਦਾ ਹੈ ਨਾ, ਜਿਸ ਨੂੰ ਆਪਾਂ ਲਿਟਰੇਚਰ ਨਾਲ ਬਹੁਤ ਵਾਰ ਜੋੜਦੇ ਹਾਂ ਕਿ ਦੇਖੋ ਜੀ ਸਾਡੇ ਮੱਧ ਸ਼੍ਰੇਣੀ ਪੈਦਾ ਹੋ ਗਈ ਹੈ ਨਾ। ਹੁਣ ਜਦੋਂ ਮੱਧ ਸ਼੍ਰੇਣੀ ਪੈਦਾ ਹੋਈ ਤਾਂ ਮੱਧ ਸ਼੍ਰੇਣੀ ਦੇ ਪੈਦਾ ਹੋਣ ਨਾਲ ਖਾਸ ਤਰ੍ਹਾਂ ਦੇ ਤੌਰ ਤਰੀਕੇ ਪੈਦਾ ਹੋਏ ਜਿਹਨੂੰ ਅਸੀਂ ਐਟੀਕੇਟਸ ਕਹਿੰਦੇ ਹਾਂ, ਹੈ ਨਾ। ਤਾਂ ਮੱਧ ਸ਼੍ਰੇਣੀ ਦਾ ਇੱਕ ਖਾਸ ਤਰ੍ਹਾਂ ਦਾ ਜਿਹੜਾ ਇੱਕ ਦੂਜੇ ਨਾਲ ਵਿਚਰਨ ਹੈ, ਇੱਕ ਦੂਜੇ ਨਾਲ ਉਹਨਾਂ ਦਾ ਇੰਟਰੈਕਸ਼ਨ ਹੈ, ਉਸ ਦੇ ਆਧਾਰ ਦੇ ਉੱਪਰ ਇੱਕ ਐਲੀਟ ਕਿਸਮ ਦਾ ਕਲਚਰ ਉਹ ਵੀ ਪੈਦਾ ਹੁੰਦਾ। ਕਿਉਂਕਿ ਸ਼ਹਿਰ ਜਿਹੜਾ ਹੈਗਾ ਉਹ ਸਮਝ ਲਓ ਉਹ 'ਚ ਮੁੱਖ ਤੌਰ ਤੇ ਪੂੰਜੀਪਤੀ ਨੇ, ਫਿਰ ਉਹਦੇ ਵਿੱਚ ਮੱਧ ਸ਼੍ਰੇਣੀ ਹੈ, ਸੇਵਾਵਾਂ ਦੇ ਨਾਲ ਜੁੜੇ ਹੋਏ ਲੋਕ ਨੇ, ਪ੍ਰਬੰਧ ਨਾਲ ਜੁੜੇ ਹੋਏ ਲੋਕ ਨੇ, ਤੇ ਫਿਰ ਮਜ਼ਦੂਰ ਨੇ, ਹੈ ਨਾ। ਤਾਂ ਜਿਹੜੇ ਇਹਨਾਂ ਮਜ਼ਦੂਰਾਂ ਤੋਂ ਬਿਨਾਂ ਹੋਰ ਦੋ ਧਿਰਾਂ ਨੇ, ਉਹਨਾਂ ਦੇ ਵਿੱਚ ਜੋ ਕੁਝ ਹੋ ਰਿਹਾ ਜਾਂ ਜੋ ਉਹ ਸਿਰਜਣਾਵਾਂ ਕਰ ਰਹੇ ਨੇ ਜਾਂ ਜੋ ਉਹਨਾਂ ਦੀ ਜੀਵਨ ਜਾਚ ਹੈ, ਉਸ ਨੂੰ ਅਸੀਂ ਐਲੀਟ ਕਲਚਰ ਦੇ ਨਾਮ ਦੇ ਨਾਲ ਜਾਣਦੇ ਹਾਂ। ਕਿਉਂਕਿ ਦੇਖੋ ਉਹ ਲੋਕ ਵਿੱਦਿਆ ਨਾਲ ਜੁੜੇ ਹੋਏ ਨੇ, ਹੈ ਨਾ, ਜਾਂ ਵਿੱਦਿਆ ਨਾਲ ਜੁੜ ਰਹੇ ਨੇ, ਫਿਰ ਉਹ ਪੁਸਤਕ ਪ੍ਰਕਾਸ਼ਨ ਨਾਲ, ਕਿਤਾਬਾਂ ਦੇ ਨਾਲ ਜੁੜ ਰਹੇ ਨੇ, ਹੈ ਨਾ। ਤੇ ਜੇ ਉਹ ਸਾਡੀਆਂ ਪੁਰਾਣੀਆਂ ਕਲਾਵਾਂ ਨੇ ਉਹਨਾਂ ਦੇ ਵਿੱਚੋਂ ਸਨਾਤਨੀ ਕਲਾਵਾਂ ਦੇ ਉਹ ਜ਼ਿਆਦਾ ਇੱਕ ਤਰ੍ਹਾਂ ਨਾਲ ਉਪਭੋਗੀ ਬਣਦੇ ਨੇ, ਸਨਾਤਨੀ ਕਲਾਵਾਂ ਦੇ ਆਧੁਨਿਕ ਸਮੇਂ ਦੇ ਵਿੱਚ ਆ ਕੇ ਇਸ ਤਰ੍ਹਾਂ ਨਾਲ ਜਿਹੜੀਆਂ ਸਨਾਤਨੀ ਕਲਾਸੀਕਲ ਆਰਟ ਨੇ ਉਹਨਾਂ ਦਾ ਇੱਕ ਤਰ੍ਹਾਂ ਨਾਲ ਦੁਬਾਰਾ ਤੋਂ ਪੁਨਰ ਜਨਮ ਵੀ ਹੁੰਦਾ ਹੈ। ਤਾਂ ਇਹ ਉਚੇਰੇ ਪੱਧਰ ਦਾ ਜਿਹੜਾ ਜਿਹਨੂੰ ਕਿਹਾ ਜਾਂਦਾ ਕਿ ਉਚੇਰੇ ਪੱਧਰ ਦਾ ਜੀਵਨ ਹੈ ਨਾ, ਜਿਹੜਾ ਮੱਧ ਸ਼੍ਰੇਣਿਕ ਉੱਪਰਲਾ ਮੱਧ ਸ਼੍ਰੇਣਿਕ ਜੀਵਨ ਜਿਹੜਾ ਵਿੱਦਿਆ ਨਾਲ ਸੰਬੰਧਿਤ ਹੈ, ਜਿਹੜਾ ਸ਼ਬਦੀ ਗਿਆਨ ਨਾਲ ਸੰਬੰਧਿਤ ਹੈ, ਜਿਹੜਾ ਲੋਕ ਕਲਾਵਾਂ ਦੀ ਬਜਾਏ ਜਿਹੜੀਆਂ ਸਾਡੀਆਂ ਸਨਾਤਨੀ ਕਲਾਸਿਕ ਕਲਾਵਾਂ ਨੇ ਉਹਨਾਂ ਨਾਲ ਸੰਬੰਧਿਤ ਹੈ ਨਾ, ਇਹ ਜੀਵਨ ਜਿਹੜਾ ਹੈਗਾ ਇਸ ਦੇ ਆਲੇ ਦੁਆਲੇ ਜਿਹੜਾ ਸੱਭਿਆਚਾਰ ਉਸਰਦਾ ਉਸ ਨੂੰ ਅਸੀਂ ਐਲੀਟ ਕਲਚਰ ਦੇ ਨਾਮ ਦੇ ਨਾਲ ਜਾਣਦੇ ਹਾਂ। ਹੁਣ ਉਸ ਐਲੀਟ ਕਲਚਰ ਦੇ ਸਮਵਿੱਥ ਪਿੰਡਾਂ ਤੋਂ ਉਖੜ ਕੇ ਆਏ ਹੋਏ ਕਿਰਤੀ ਮਜ਼ਦੂਰ ਵੀ ਉਸੇ ਸ਼ਹਿਰ ਦੇ ਵਿੱਚ ਰਹਿ ਰਹੇ। ਤਾਂ ਉਹ ਜਿਹੜੇ ਉਹ ਕਿਰਤੀ ਮਜ਼ਦੂਰ ਨੇ ਉਹਨਾਂ ਦੀ ਆਪਣੀ ਨਵੇਂ ਤਰ੍ਹਾਂ ਦੀ ਸਮੂਹਕਤਾ ਹੋਣ ਦੇ ਵਿੱਚ ਆਉਣੀ ਸ਼ੁਰੂ ਹੁੰਦੀ ਹੈ। ਜਿਹੜੀਆਂ ਆਪਾਂ ਇਹ ਗੱਲਾਂ ਕਰ ਰਹੇ ਹਾਂ ਇਹਨਾਂ ਦਾ ਬਹੁਤਾ ਤਾਲੁਕ ਵੈਸੇ ਯੂਰਪ ਦੇ ਨਾਲ ਹੈ, ਜਿਹੜਾ ਆਪਾਂ ਸਾਰਾ ਵੇਰਵਾ ਤੁਹਾਨੂੰ ਮੈਂ ਦੇ ਰਿਹਾ, ਕਿਉਂਕਿ ਉੱਥੇ ਹੀ ਉਦਯੋਗੀਕਰਨ ਹੁੰਦਾ ਹੈ ਨਾ, ਪ੍ਰਮਾਣਿਕ ਰੂਪ ਦੇ ਵਿੱਚ, ਉੱਥੇ ਹੀ ਪ੍ਰਮਾਣਿਕ ਰੂਪ ਦੇ ਵਿੱਚ ਉਸ ਤਰ੍ਹਾਂ ਦਾ ਸ਼ਹਿਰੀਕਰਨ ਵੀ ਹੁੰਦਾ ਹੈ। ਜਿੱਥੇ ਵੀ ਕਿਤੇ ਉਦਯੋਗੀਕਰਨ ਹੁੰਦਾ ਉੱਥੇ ਸ਼ਹਿਰੀਕਰਨ ਹੁੰਦਾ। ਤੇ ਉਸ ਸੂਰਤ ਦੇ ਵਿੱਚ ਅਸੀਂ ਯੂਰਪ ਦੇ ਇੱਕ ਸ਼ਹਿਰ ਦੀ ਕਲਪਨਾ ਕਰੀਏ ਜਿਸ ਦੇ ਵਿੱਚ ਕਿ ਇੱਕ ਇਹੋ ਜਿਹੀ ਵਸੋਂ ਹੈ ਜਿਹੜੀ ਕਿ ਪਿੰਡਾਂ ਤੋਂ ਉਖੜ ਕੇ ਆਈ ਹੋਈ ਹੈ ਤੇ ਉਦਯੋਗਿਕ ਕੇਂਦਰਾਂ ਦੇ ਆਲੇ ਦੁਆਲੇ ਉਹ ਨਿਵਾਸ ਕਰ ਰਹੀ ਹੈ। ਤਾਂ ਉਸ ਨਿਵਾਸ ਦੇ ਹੁੰਦਿਆਂ ਹੋਇਆਂ ਉਹਨਾਂ ਦੀ ਵੱਖਰੇ ਤਰ੍ਹਾਂ ਦੀ ਸਮੂਹਕਤਾ ਤੇ ਸਮਾਜਿਕਤਾ ਹੋਂਦ ਵਿੱਚ ਆਉਂਦੀ ਹੈ। ਇਹੀ ਉਹ ਸਮੂਹਕਤਾ ਤੇ ਸਮਾਜਿਕਤਾ ਹੈਗੀ ਆ
ਜਿਸ ਦੇ ਵਿੱਚੋਂ ਦੀ ਕਾਰਲ ਮਾਰਕਸ ਹੋਰੀ ਜਮਾਤੀ ਚੇਤਨਾ ਦੇ ਪੈਦਾ ਹੋਣ ਦੇ ਆਸਾਰ ਦੇਖਦੇ ਨੇ, ਕਿਉਂਕਿ ਉਹ ਕਿਰਤੀ ਮਜ਼ਦੂਰ ਜਿਹੜੇ ਨੇ ਇੱਕ ਥਾਂ ਦੇ ਉੱਪਰ ਇਕੱਠੇ ਰਹਿੰਦੇ ਨੇ, ਉਹਨਾਂ ਦਾ ਜੀਵਨ ਜਿਹੜਾ ਹੈਗਾ ਉਹ ਇੱਕੋ ਤਰ੍ਹਾਂ ਦੀਆਂ ਸਥਿਤੀਆਂ ਦੁਆਰਾ, ਇੱਕੋ ਤਰ੍ਹਾਂ ਦੇ ਜਿਹੜੇ ਵਾਤਾਵਰਨ ਦੇ ਦੁਆਰਾ ਨਿਰਧਾਰਿਤ ਹੋ ਰਿਹਾ ਹੁੰਦਾ ਹੈ ਨਾ। ਤਾਂ ਉਹਦੇ ਵਿੱਚ ਉਹਨਾਂ ਦੀ ਜਿਹੜੀ, ਕਿਉਂਕਿ ਕੰਮ ਨਾਲ ਸੰਬੰਧਿਤ ਨੇ, ਉਹ ਕੰਮ ਦੇ ਵਿੱਚ ਵੀ ਸਮੂਹਕ ਤੌਰ ਤੇ ਕੰਮ ਕਰ ਰਹੇ ਨੇ। ਜਿਹੜਾ ਪੂੰਜੀਵਾਦੀ ਉਤਪਾਦਨ ਹੁੰਦਾ, ਉਦਯੋਗਿਕ ਉਤਪਾਦਨ ਹੁੰਦਾ, ਉਹਦੇ ਵਿੱਚ ਇੱਕ ਗੱਲ ਇਹ ਵਾਪਰ ਜਾਂਦੀ ਹੈ ਕਿ ਕੋਈ ਵੀ ਪ੍ਰੋਡਕਟ ਇੱਕ ਬੰਦਾ ਮੁਕੰਮਲ ਤੌਰ ਤੇ ਤਿਆਰ ਨਹੀਂ ਕਰਦਾ। ਹਰ ਪ੍ਰੋਡਕਟ ਬਹੁਤ ਸਾਰੇ ਬੰਦਿਆਂ ਦੀ ਸਮੂਹਕ ਕਿਰਤ ਦੀ ਉਪਜ ਹੁੰਦੀ ਹੈ ਨਾ। ਹੁਣ ਜੇ ਕੋਈ ਵੀ ਆਪਾਂ ਜਿਹੜੀ ਇੰਡਸਟਰੀ ਦੇ ਵਿੱਚੋਂ ਚੀਜ਼ ਬਣ ਕੇ ਆਉਂਦੀ ਹੈ, ਜਿਵੇਂ ਬੂਟ ਲੈ ਲਈਏ ਆਪਾਂ, ਹੈ ਨਾ, ਇੱਕ ਪਾਸੇ ਤਾਂ ਮੋਚੀ ਨੇ ਉਹ ਸਾਰਾ ਕੰਮ ਇਕੱਲੇ ਨੇ ਕਰਨਾ ਹੈ ਨਾ, ਆਪ ਹੀ ਉਹਨੇ ਚਮੜਾ ਚੁਣਨਾ ਹੈ, ਆਪ ਹੀ ਉਸ ਨੂੰ ਸੋਧਣਾ ਸਿਧਾਉਣਾ ਹੈ, ਆਪ ਹੀ ਉਹਨੂੰ, ਜਿਵੇਂ ਕਹਿੰਦੇ ਚਮੜਾ ਕਮਾਉਣਾ ਹੈ ਨਾ, ਪਹਿਲਾਂ ਚਮੜਾ ਕਮਾਇਆ ਜਾਊਗਾ, ਫਿਰ ਉਹਨੂੰ ਸੋਧਿਆ ਸਮਝਾਇਆ ਜਾਊਗਾ, ਤੇ ਫਿਰ ਉਸ ਤੋਂ ਬਾਅਦ ਉਸ ਦੀ ਜਿਹੜੀ ਪ੍ਰੋਡਕਟ ਹੈਗੀ ਆ, ਉਹਨੇ ਜੁੱਤੀ ਬਣਾਉਣੀ ਆ, ਉਹ ਇਹ ਵੀ ਸੰਭਵ ਹੈ ਕਿ ਕਿਸੇ ਖਾਸ ਵਿਅਕਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਉਸਨੇ ਬਣਾਉਣੀ ਹੋਵੇ। ਤੇ ਉਹ ਜਿਹੜੀ ਉਪਜ ਆ ਉਸਦੀ, ਉਸ ਉਪਜ ਦੇ ਵਿੱਚ ਉਹ ਆਪਣੇ ਵਿਅਕਤੀਗਤ ਸਿਰਜਣਾਤਮਕਤਾ ਨੂੰ ਉਹਦੇ ਵਿੱਚ ਲਾਉਂਦਾ। ਪਰ ਜਦੋਂ ਉਹੀ ਬੂਟ ਇੰਡਸਟਰੀ 'ਚ ਬਣਨਾ, ਤਾਂ ਪਤਾ ਨਹੀਂ ਕਿਹਨੇ ਅੱਡੀ ਬਣਾਉਣੀ ਆ, ਕਿਹਨੇ ਪਤਾਵਾ ਬਣਾਉਣਾ ਹੈ, ਕਿਹਨੇ ਥੱਲਾ ਬਣਾਉਣਾ ਹੈ, ਕਿਹਨੇ ਉੱਪਰਲਾ ਡਿਜ਼ਾਈਨ ਤਿਆਰ ਕਰਨਾ ਹੈ ਨਾ, ਕਿਹਨੇ ਸਿਉਣ ਮਾਰਨੀ ਆ, ਤੇ ਉਹ ਵੀ ਸਾਰਾ ਕੁਝ, ਬਹੁਤ ਸਾਰਾ ਕੁਝ ਮਸ਼ੀਨਾਂ ਦੇ ਉੱਪਰ ਵੀ ਚੱਲਦਾ ਹੈ। ਤਾਂ ਉਹ ਜਿਹੜੀ ਕਿਰਤ ਆਪਣੇ ਆਪ ਦੇ ਵਿੱਚ ਹੀ ਇੱਕ ਸਮੂਹਕਤਾ ਦਾ ਜਿਹੜਾ ਇੱਕ ਵਾਤਾਵਰਨ ਕ੍ਰੀਏਟ ਕਰਦੀ ਹੈ, ਬਣਾਉਂਦੀ ਹੈ, ਕਿ ਜਿਹੜੇ ਉਸ ਕਿਰਤ ਵਿੱਚ ਲੱਗੇ ਹੋਏ ਲੋਕ ਨੇ ਉਹ ਸਮੂਹਕ ਰੂਪ ਦੇ ਵਿੱਚ ਇੱਕ ਚੀਜ਼ ਬਣਾ ਰਹੇ ਨੇ। ਤਾਂ ਕੰਮ ਕਰਦੇ ਹੋਏ ਵੀ ਉਹਨਾਂ ਦੇ ਵਿੱਚ ਸਮੂਹਕਤਾ ਦਾ ਇੱਕ ਭਾਵ ਹੁੰਦਾ, ਤੇ ਨਾਲ ਦੀ ਨਾਲ ਜਦੋਂ ਉਹ ਕੰਮ ਤੋਂ ਵਾਪਸ ਆ ਜਾਂਦੇ ਨੇ ਤਾਂ ਉੱਥੇ ਵੀ ਸਮੂਹਕ ਰੂਪ ਦੇ ਵਿੱਚ ਹੀ ਨਿਵਾਸ ਕਰਦੇ ਨੇ। ਤਾਂ ਇਸ ਸੂਰਤ ਦੇ ਵਿੱਚ ਜਿਹੜੀ ਇਹ ਥਾਵਾਂ ਨੇ, ਹੁਣ ਇਹ ਜਿਹੜੇ ਲੋਕ ਨੇ ਜਿਹੜੇ ਕਿ ਆ ਗਏ ਹੈ ਨਾ, ਜਿਹੜੇ ਕਿ ਉਸ ਸਥਲ ਦੇ ਉੱਪਰ ਆ ਗਏ, ਤਾਂ ਇਹ ਲੋਕ ਆਪਣੇ ਪੁਰਾਣੇ ਜਿਹੜੇ ਲੋਕ ਧਰਾਈ ਰੂਪ ਸੀਗੇ ਉਹਨਾਂ ਨੂੰ ਪਿੱਛੇ ਛੱਡ ਕੇ ਆ ਚੁੱਕੇ ਨੇ। ਤੇ ਹਰ ਬੰਦੇ ਨੇ, ਜਿਵੇਂ ਮਾਰਕਸ ਵੀ ਕਹਿੰਦਾ ਕਿ ਜਿਹੜਾ ਮਨੁੱਖ ਹੈ ਉਹ ਸਿਰਫ ਆਪਣੀਆਂ ਬੁਨਿਆਦੀ ਲੋੜਾਂ ਦੀ ਪੂਰਤੀ ਵਾਸਤੇ ਹੀ ਉਤਪਾਦਨ ਨਹੀਂ ਕਰਦਾ, ਸਗੋਂ ਆਪਣੀਆਂ ਦੁਜੈਲੀਆਂ ਸੁਹਜਾਤਮਕ ਲੋੜਾਂ ਦੀ ਪੂਰਤੀ ਵਾਸਤੇ ਵੀ ਉਤਪਾਦਨ ਕਰਦਾ ਹੈ, ਸਿਰਜਣਾ ਕਰਦਾ ਹੈ। ਜਿਹੜੀ ਇਹ ਸੁਹਜਾਤਮਕਤਾ ਹੈਗੀ ਆ, ਭਾਵੇਂ ਕਿ ਇਸ ਨੂੰ ਬੁਨਿਆਦੀ ਜ਼ਰੂਰਤਾਂ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਜਾਂਦਾ, ਪਰ ਇਹ ਬੰਦੇ ਦੀ ਫਿਤਰਤ ਦਾ ਬੁਨਿਆਦੀ ਹਿੱਸਾ ਹੈ। ਇਸ ਤੋਂ ਵੱਖਰਾ ਕਰਕੇ ਤੁਸੀਂ ਇਨਸਾਨ ਨੂੰ ਦੇਖ ਨਹੀਂ ਸਕਦੇ ਕਿ ਜਿਹੜਾ ਸੁਹਜ ਸਵਾਦ ਹੈ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੰਦੇ ਦੀ ਜਿਹੜੀ ਉਹਦੀ ਜੀਵਨ ਦਾ ਹਿੱਸਾ ਰਹਿੰਦਾ। ਆਪਾਂ ਪਹਿਲਾਂ ਵੀ ਗੱਲ ਕੀਤੀ ਹੋਈ ਆ ਕਿ ਬੰਦੇ ਨੇ ਖਾਣੀ ਤਾਂ ਰੋਟੀ ਹੁੰਦੀ ਆ ਜਾਂ ਸਲਾਦ ਖਾਣਾ ਹੁੰਦਾ, ਉਹਨੂੰ ਸਜਾਉਣ ਦੀ ਤਾਂ ਲੋੜ ਨਹੀਂ ਹੁੰਦੀ ਉਹਨੂੰ, ਹੈ ਨਾ, ਰੋਟੀ ਨੂੰ ਗੋਲ ਬਣਾਉਣ ਦੀ ਕੋਈ ਲੋੜ ਤਾਂ ਹੈ ਨਹੀਂਗੀ, ਪਰ ਗੁਲਾਈ ਦੇ ਨਾਲ ਇੱਕ ਐਸਥੈਟਿਕਸ, ਇੱਕ ਸੁਹਜ ਜੁੜਿਆ ਹੋਇਆ। ਤੇ ਇਸੇ ਤਰ੍ਹਾਂ ਨਾਲ ਜਿਹੜਾ ਸਲਾਦ ਹੈ ਸਜਾਇਆ ਫਬਾਇਆ ਹੋਇਆ ਹੈ ਨਾ, ਉਹ ਬੰਦੇ ਦੀਆਂ ਅੱਖਾਂ ਨੂੰ ਚੰਗਾ ਲੱਗਦਾ, ਇਹਦਾ ਮਤਲਬ ਉਸ ਦੀਆਂ ਭਾਵਨਾਵਾਂ ਨੂੰ ਉਹ ਉਤਸ਼ਾਹਿਤ ਕਰਦਾ। ਤਾਂ ਜ਼ਾਹਿਰ ਹੈ ਕਿ ਬੰਦਾ ਜਿਹੜਾ ਹੈਗਾ ਉਹ ਜਿੱਥੇ ਬੁਨਿਆਦੀ ਲੋੜਾਂ ਦੀ ਪੂਰਤੀ ਕਰ ਰਿਹਾ ਹੁੰਦਾ, ਉੱਥੇ ਨਾਲ ਨਾਲ ਐਸਥੈਟਿਕਸ ਦਾ, ਸੁਹਜ ਦਾ ਵੀ ਧਿਆਨ ਰੱਖ ਰਿਹਾ ਹੁੰਦਾ। ਹੁਣ ਇਹ ਲੋਕ ਉਖੜ ਕੇ ਆ ਗਏ ਪਿੰਡਾਂ ਤੋਂ, ਜਿਹੜੇ ਇਹਨਾਂ ਦੇ ਸੁਹਜ ਦੀ ਭੁੱਖ ਦੀ ਪੂਰਤੀ ਦੇ ਜਿਹੜੇ ਪਹਿਲੇ ਪੂਰਬਲੇ ਰੂਪ ਸੀਗੇ ਉਹਨਾਂ ਨਾਲੋਂ ਇਹਨਾਂ ਦਾ ਨਾਤਾ ਟੁੱਟ ਗਿਆ। ਤਾਂ ਇਹ ਉਤਪਾਦਨ ਕਰ ਰਹੇ ਨੇ, ਬੜੀ ਸਖਤ ਕਿਰਤ ਕਰ ਰਹੇ ਨੇ, ਮਿਹਨਤ ਕਰ ਰਹੇ ਨੇ। ਇਹ ਮਿਹਨਤ ਕਿਰਤ ਕਰਦਿਆਂ ਹੋਇਆਂ ਇਹਨਾਂ ਕੋਲ ਸਮਾਂ ਨਹੀਂ ਹੈ ਕਿ ਐਲੀਟ ਕਲਚਰ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਤੱਕ ਇਹਨਾਂ ਦੀ ਰਸਾਈ ਹੋਵੇ, ਇਹ ਕਿਤਾਬਾਂ ਪੜ੍ਹ ਸਕਦੇ ਹੋਣ, ਇਹ ਸਿਨੇਮਾ ਘਰਾਂ ਦੇ ਵਿੱਚ ਜਾ ਸਕਦੇ ਹੋਣ, ਇਹ ਨਾਟਕ ਦੇਖ ਸਕਦੇ ਹੋਣ, ਹੈ ਨਾ। ਇਸ ਕਿਸਮ ਦੀਆਂ ਸੰਭਾਵਨਾਵਾਂ ਤੇ ਇਸ ਕਿਸਮ ਦੀ ਵੇਲ ਇਹਨਾਂ ਕੋਲ ਹੈ ਨਹੀਂ। ਪਰ ਇਹਨਾਂ ਨੇ ਵੀ ਗਾਉਣਾ ਹੈ, ਇਹਨਾਂ ਨੇ ਵੀ ਚੀਜ਼ਾਂ ਦੇ ਵਿੱਚ ਮਨੋਰੰਜਨ ਵੀ ਕਰਨਾ ਹੈ, ਨੱਚਣਾ ਵੀ ਹੈ। ਤਾਂ ਇਸ ਤਰ੍ਹਾਂ ਨਾਲ ਉਸ ਸਥਲ ਦੇ ਉੱਪਰ ਜਿਹੜੀਆਂ ਸਮੂਹਕ ਸਿਰਜਣਾਵਾਂ ਇਹ ਲੋਕ ਕਰਨਾ ਸ਼ੁਰੂ ਕਰਦੇ ਨੇ, ਜਾਂ ਇਹ ਉਹਨਾਂ ਸਮੂਹਕ ਸਿਰਜਣਾਵਾਂ ਨੂੰ ਹੁੰਗਾਰਾ ਦੇਣਾ ਸ਼ੁਰੂ ਕਰਦੇ ਨੇ। ਜਿਹੜੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੀ ਭੁੱਖ ਦੀ, ਇਹਨਾਂ ਦੀ ਫੌਰੀ ਲੋੜ ਦੀ ਪੂਰਤੀ ਕਰਨ ਵਾਲੀਆਂ ਚੀਜ਼ਾਂ ਨੇ, ਉਹਦੇ ਵਿੱਚੋਂ ਫਿਰ ਮੁੱਢਲੇ ਰੂਪ ਦੇ ਵਿੱਚ ਪਾਪੂਲਰ ਕਲਚਰ ਦੀਆਂ ਚੀਜ਼ਾਂ ਪੈਦਾ ਹੋਣੀਆਂ ਸ਼ੁਰੂ ਹੁੰਦੀਆਂ। ਠੀਕ ਹੈ, ਇਸ ਕਰਕੇ ਪਾਪੂਲਰ ਕਲਚਰ ਮੁੱਢਲੇ ਰੂਪ ਦੇ ਵਿੱਚ ਆਧੁਨਿਕ ਚੀਜ਼ ਹੈ, ਆਧੁਨਿਕ ਵਰਤਾਰਾ ਹੈ। ਇਸ ਦਾ ਸੰਬੰਧ ਸ਼ਹਿਰ ਦੇ ਨਾਲ ਹੈ, ਇਸ ਦਾ ਸੰਬੰਧ ਸ਼ਹਿਰ ਦੇ ਵਿੱਚ ਕਿਰਤ ਕਰਨ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਸਮੂਹਕ ਵਾਸ ਦੇ ਨਾਲ ਹੈ ਕਿ ਉਹ ਉੱਥੇ
ਇਕੱਠੇ ਵੱਸਦੇ ਨੇ ਤੇ ਉਹਦੇ ਵਿੱਚ ਉਸ ਕਿਸਮ ਦੀਆਂ ਸਿਰਜਣਾਵਾਂ ਹੋਣ ਦੇ ਵਿੱਚ ਆਉਂਦੀਆਂ ਨੇ। ਤਾਂ ਇਹ ਆਪਣੇ ਆਪ ਦੇ ਵਿੱਚ ਐਲੀਟ ਕਲਚਰ ਦਾ ਐਂਟੀਥੀਸਿਸ ਹੈ ਨਾ, ਕਿ ਜੋ ਐਲੀਟ ਕਲਚਰ, ਜੋ ਕਿਤਾਬਾਂ ਦਾ, ਜੋ ਪ੍ਰਕਾਸ਼ਨ ਦਾ, ਜੋ ਸਿਨੇਮਾ, ਕਲਾ, ਸਾਹਿਤ, ਨਾਟਕ, ਰੰਗਮੰਚ ਦਾ ਜੋ ਵਾਤਾਵਰਨ ਸ਼ਹਿਰ ਦੇ ਵਿੱਚ ਆਧੁਨਿਕ ਸਮੇਂ ਦੇ ਵਿੱਚ ਬਣਨਾ ਸ਼ੁਰੂ ਹੁੰਦਾ ਹੈ, ਤਾਂ ਇਹ ਉਸ ਤੋਂ ਵੱਖ ਅਤੇ ਕਈ ਸੂਰਤਾਂ ਦੇ ਵਿੱਚ ਉਸ ਦੇ ਪ੍ਰਤੀਰੋਧ ਦੇ ਵਿੱਚ ਇਸ ਕਿਸਮ ਦੀਆਂ ਸਿਰਜਣਾਵਾਂ ਹੋਣ ਦੇ ਵਿੱਚ ਆਉਣ ਲੱਗਦੀਆਂ ਨੇ, ਜਿਹੜੀਆਂ ਕਿ ਸਧਾਰਨ ਅਨਪੜ੍ਹ ਕਿਰਤ ਦੇ ਲੇਬਰ ਦੇ ਝੰਬੇ ਹੋਏ ਜਿਹੜੇ ਮਜ਼ਦੂਰ ਨੇ, ਇਹ ਉਹਨਾਂ ਦੀਆਂ ਸਿਰਜਣਾਵਾਂ ਬਣ ਜਾਂਦੀਆਂ। ਠੀਕ ਹੈ, ਹੁਣ ਇਹਦਾ ਇਸ ਰੂਪ ਦੇ ਵਿੱਚ ਜਿਹੜਾ ਪਾਪੂਲਰ ਕਲਚਰ ਹੈ ਉਹ ਆਪਣੇ ਤਰ੍ਹਾਂ ਨਾਲ ਇੱਕ ਕਿਰਤੀਆਂ ਦੀ ਉਪਜ ਬਣ ਜਾਂਦਾ ਹੈ ਨਾ, ਕਿਰਤੀਆਂ ਦੀ ਪੈਦਾਵਾਰ ਹੈ। ਪਰ ਪਾਪੂਲਰ ਕਲਚਰ ਦਾ ਸੰਕਲਪ ਇੰਨਾ ਸਿੱਧਾ ਰਹਿੰਦਾ ਨਹੀਂ ਹੈਗਾ, ਕਿਉਂਕਿ ਹੌਲੀ ਹੌਲੀ ਜਿਹੜਾ ਇਹ ਪਾਪੂਲਰ ਵਰਸਸ ਐਲੀਟ, ਇਹਨਾਂ ਦਾ ਆਪਸ ਦੇ ਵਿੱਚ ਜਿਹੜੇ ਇੰਟਰੈਕਸ਼ਨ ਹੈ, ਅੰਤਰ ਕਿਰਿਆ ਹੈ, ਉਹ ਜਦੋਂ ਹੁੰਦੀ ਹੈ ਤਾਂ ਇਹ ਇੱਕ ਦੂਜੇ ਵਿੱਚ ਚੀਜ਼ਾਂ ਖਲਤ ਮਲਤ ਵੀ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਮੈਂ ਤੁਹਾਨੂੰ ਉਦਾਹਰਨ ਦੇ ਰੂਪ ਦੇ ਵਿੱਚ ਆਪਾਂ ਕ੍ਰਿਕਟ ਦੇ ਮੈਚ ਦੀ ਗੱਲ ਕਰਦੇ ਹਾਂ। ਕ੍ਰਿਕਟ ਤਾਂ ਤੁਸੀਂ, ਮੈਂ ਕਿਹਾ ਸਾਰਿਆਂ ਨੂੰ ਪਤਾ ਹੋਊਗਾ ਇਹਦੇ ਬਾਰੇ, ਕਿ ਜਿਹੜੀ ਖੇਡ ਹੈ ਇਹ ਭਾਵੇਂ ਕਿ ਬਸਤੀਵਾਦੀ ਮੁਲਕਾਂ ਦੇ ਵਿੱਚ ਹੀ ਬਹੁਤ ਹੀ ਜ਼ਿਆਦਾ ਹਰਮਨ ਪਿਆਰੀ ਹੈ। ਹੋਰ ਮੁਲਕਾਂ ਦੇ ਵਿੱਚ ਫੁੱਟਬਾਲ ਜਿਹੜੀ ਹੈਗੀ ਆ ਉਹ ਜ਼ਿਆਦਾ ਵਧੀਆ ਖੇਡ ਦੇ ਤੌਰ ਤੇ, ਜ਼ਿਆਦਾ ਪਾਪੂਲਰ ਖੇਡ ਦੇ ਤੌਰ ਤੇ ਮੰਨੀ ਜਾਂਦੀ ਹੈ। ਤੇ ਹੁਣ ਤਾਂ ਫਿਰ ਬਿਜ਼ਨਸ ਵੀ ਜਿਹੜਾ ਫੁੱਟਬਾਲ ਦਾ ਉਹ ਕ੍ਰਿਕਟ ਦੀ ਖੇਡ ਨਾਲੋਂ ਕਾਫੀ ਜ਼ਿਆਦਾ ਹੈ। ਪਰ ਸਾਡੇ ਮੁਲਕਾਂ ਦੇ ਵਿੱਚ ਜਿਹੜੇ ਇਹ ਪੁਰਾਣੀਆਂ ਬਸਤੀਆਂ ਨੇ ਜਾਂ ਬਸਤੀਕਾਰ ਨੇ, ਹੈ ਨਾ, ਇੰਗਲੈਂਡ ਤੋਂ ਸ਼ੁਰੂ ਕਰਕੇ ਤੇ ਫਿਰ ਭਾਰਤ, ਪਾਕਿਸਤਾਨ, ਬੰਗਲਾਦੇਸ਼, ਆਸਟ੍ਰੇਲੀਆ, ਨਿਊਜ਼ੀਲੈਂਡ, ਹੈ ਨਾ, ਇਹ ਸਾਰੀਆਂ ਤੇ ਜਿਹੜੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਬਸਤੀਆਂ ਰਹੀਆਂ ਨੇ, ਵੈਸਟ ਇੰਡੀਜ਼, ਹੈ ਨਾ, ਇਹ ਸਾਰੇ ਉਹ ਲੋਕ ਨੇ ਜਿਹੜੇ ਕ੍ਰਿਕਟ ਖੇਡਦੇ ਨੇ। ਜਦੋਂ ਤੁਸੀਂ ਕ੍ਰਿਕਟ ਦਾ ਰੂਪ ਦੇਖਦੇ ਹੋ, ਤੁਹਾਨੂੰ ਸਮਝ ਆ ਜਾਊਗਾ ਵੀ ਕ੍ਰਿਕਟ ਦੇ ਵਿੱਚ ਪਾਪੂਲਰ ਕੀ ਹੈ ਤੇ ਕ੍ਰਿਕਟ ਦੇ ਵਿੱਚ ਕਲਾਸੀਕਲ ਕੀ ਹੈ ਤੇ ਕ੍ਰਿਕਟ ਦੇ ਵਿੱਚ ਐਲੀਟ ਜਾਂ ਆਧੁਨਿਕ ਕੀ ਹੈ। ਐਲੀਟ ਤੇ ਕਲਾਸੀਕਲ ਇੱਕ ਥਾਂ ਦੇ ਉੱਪਰ ਇਕੱਠੇ ਵੀ ਨੇ, ਫਿਰ ਨਵਾਂ ਰੂਪ ਸਾਹਮਣੇ ਆਉਂਦਾ। ਪਹਿਲਾਂ ਸੀਗਾ 5 ਦਿਨਾਂ ਕ੍ਰਿਕਟ ਮੈਚ, ਤੇ ਉਸ ਦੀ ਬਾਉਂਡਰੀ ਬਹੁਤ ਲੰਬੀ ਚੌੜੀ ਸੀ, ਤੇ 5 ਦਿਨ ਖੇਡ ਕੇ ਮੈਚ ਅਖੀਰ ਨੂੰ ਡਰਾ ਹੋ ਜਾਂਦਾ ਸੀ। 50% ਤੋਂ ਜ਼ਿਆਦਾ ਮੈਚ ਡਰਾ ਹੁੰਦੇ ਸੀਗੇ, ਬਹੁਤ ਥੋੜੇ ਮੈਚਾਂ ਦਾ ਨਤੀਜਾ ਹੁੰਦਾ ਸੀ, ਤੇ ਉਸ ਦੇ ਵਿੱਚ ਖੇਡਣ ਨੂੰ ਹੀ ਅਸਲ ਦੇ ਵਿੱਚ ਮਨੋਰੰਜਨ ਮੰਨਿਆ ਜਾਂਦਾ ਸੀ, ਤੇ ਖੇਡਦੇ ਦੇਖਣ ਨੂੰ ਵੀ ਮਨੋਰੰਜਨ ਮੰਨਿਆ ਜਾਂਦਾ ਸੀ। ਤੇ ਕ੍ਰਿਕਟ ਦੇ ਖਿਡਾਰੀ ਬਹੁਤ ਹੀ ਅਦਾ ਦੇ ਨਾਲ ਕ੍ਰਿਕਟ ਖੇਡਦੇ ਸੀ, ਤੇ ਜੇ ਉਹ ਖੜੇ ਨੇ ਤੇ ਜੇ ਬਾਲ ਉਧਰੋਂ ਆਈ ਹੈ ਤੇ ਜੇ ਉਹ ਵਿਕਟਾਂ ਵੱਲ ਨੂੰ ਨਹੀਂ ਆ ਰਹੀ, ਬਾਹਰ ਜਾ ਰਹੀ ਹੈ, ਉਸ ਨੂੰ ਉਹ ਛੱਡ ਦਿੰਦੇ ਸੀ, ਉਸ ਨੂੰ ਖੇਡਦੇ ਨਹੀਂ ਸੀਗੇ, ਹੈ ਨਾ। ਬਹੁਤ ਅਦਾ ਦੇ ਨਾਲ ਬੈਟ ਉੱਪਰ ਕਰਕੇ ਉਹ ਬਾਲ ਨੂੰ ਬਾਹਰ ਜਾਣ ਦਿੰਦੇ ਸੀਗੇ, ਉਹਨੂੰ ਖੇਡਦੇ ਨਹੀਂ ਸੀ। ਉਹ ਬਾਲ ਖੇਡਦੇ ਸੀ ਜਿਹੜੀ ਕਿ ਵਿਕਟਾਂ ਵੱਲ ਨੂੰ ਸਿੱਧੀ ਆਉਂਦੀ ਸੀ, ਤੇ ਉਸ ਦੇ ਖੇਡਣ ਦੇ ਵਿੱਚ ਇੱਕ ਨਫਾਸਤ ਸੀਗੀ, ਸ਼ਾਟ ਮਾਰਨ ਦੇ ਵਿੱਚ ਇੱਕ ਨਫਾਸਤ ਸੀਗੀ, ਇੱਕ ਪੂਰੇ ਦਾ ਪੂਰਾ ਐਟੀਕੇਟ ਦਾ ਤਰੀਕਾ ਸੀਗਾ ਕਿ ਇਸ ਤਰ੍ਹਾਂ ਨਾਲ ਸ਼ਾਟ ਮਾਰਨਾ ਹੈ ਨਾ। ਤੇ ਉਹ ਉਹਨਾਂ ਦੀ ਇੱਕ ਤਰ੍ਹਾਂ ਨਾਲ ਬਹੁਤ ਹੀ ਪਿਕਟੋਰੀਅਲ ਕਿਸਮ ਦੀ ਉਹਦਾ ਵਿਜ਼ੂਅਲ ਇੱਕ ਹੁੰਦਾ ਸੀ ਖਾਸ ਤਰ੍ਹਾਂ ਦਾ, ਵੀ ਆਹ ਐਵੇਂ ਸ਼ਾਟ ਇਸ ਤਰ੍ਹਾਂ ਵੱਜਦਾ। ਪਰ ਹੌਲੀ ਹੌਲੀ ਜਦੋਂ ਲੋਕਾਂ ਦੀ ਜਿਹੜੀ ਮੰਗ ਹੈ ਉਸ ਦੇ ਵਿੱਚ ਕ੍ਰਿਕਟ ਸ਼ਾਮਿਲ ਹੋਣੀ ਸ਼ੁਰੂ ਹੋਈ, ਜਾਂ ਕ੍ਰਿਕਟ ਪਾਪੂਲਰ ਖੇਡ ਬਣਨੀ ਸ਼ੁਰੂ ਹੋਈ, ਤਾਂ ਫਿਰ ਵਨ ਡੇ ਮੈਚ ਹੋਣ ਦੇ ਵਿੱਚ ਆਏ। ਤੇ ਉਹਦੇ ਵਿੱਚ ਸਮਝ ਲਓ ਕਿ ਥੋੜਾ ਜਿਹਾ ਐਲੀਟ ਦਾ ਹਿੱਸਾ ਹੈ ਤੇ ਥੋੜਾ ਜਿਹਾ ਪਾਪੂਲਰ ਲੋਕਾਂ ਦੀ ਜਿਹੜੀ ਮੰਗ ਹੈ ਨਾ, ਆਮ ਸਧਾਰਨ ਲੋਕਾਂ ਦੀ ਕ੍ਰਿਕਟ ਤੋਂ ਮੰਗ ਹੈ, ਉਸ ਦਾ ਹਿੱਸਾ ਹੈ। ਪਰ ਜਦੋਂ ਫਿਰ 2020 ਆ ਜਾਂਦਾ ਹੈ ਨਾ, 2020 ਮੂਲ ਰੂਪ ਦੇ ਵਿੱਚ ਜਾਂ ਮੁਕੰਮਲ ਰੂਪ ਦੇ ਵਿੱਚ ਇੱਕ ਪਾਪੂਲਰ ਖੇਡ ਦੇ ਰੂਪ ਦੇ ਵਿੱਚ ਕ੍ਰਿਕਟ ਸਥਾਪਿਤ ਹੋ ਜਾਂਦੀ ਹੈ। ਫਿਰ ਉਹ ਕਲਾਸੀਕਲ ਐਲੀਟ ਖੇਡ ਨਹੀਂ ਰਹਿੰਦੀ, ਤੇ ਉਹਦੇ 'ਚ ਜਿਹੜੇ ਸ਼ਾਟ ਮਾਰਨ ਦਾ ਤਰੀਕਾ ਹੈਗਾ ਉਹ ਵੀ ਇੰਨੇ ਪੁੱਠੇ ਸਿੱਧੇ ਤਰੀਕੇ ਬਣ ਜਾਂਦੇ ਨੇ ਕਿ ਜੇ ਬਾਲ ਜਿਹੜੀ ਹੈਗੀ ਹੈ, ਬੈਟਸਮੈਨ ਜਿਹੜਾ ਹੈਗਾ ਉਹ ਸੱਜੇ ਹੱਥ ਨਾਲ ਖੇਡਣ ਵਾਲਾ ਹੈ ਨਾ, ਤੇ ਉਸ ਨੇ, ਕਿਉਂਕਿ ਜਿਹੜੀ ਜਿਹਨੂੰ ਅਸੀਂ ਆਫ ਸਾਈਡ ਕਹਿੰਦੇ ਆ, ਉਹਦੇ ਤੇ ਮੁਕਾਬਲਤਨ ਸ਼ਾਟ ਔਖਾ ਲੱਗਦਾ ਹੁੰਦਾ, ਤੇ ਉਹਦੇ ਤੇ ਕੁਝ ਜਿਹੜੇ ਪਲੇਅਰ ਫੀਲਡਰ ਵੀ ਹੁੰਦੇ ਨੇ ਮੁਕਾਬਲਤਨ ਘੱਟ ਖੜੇ ਹੁੰਦੇ ਨੇ। ਹੁਣ ਤੁਹਾਨੂੰ ਪਤਾ ਵੀ ਉਧਰ ਸ਼ਾਟ ਮਾਰ ਕੇ ਰਨ ਬਣਾਏ ਜਾ ਸਕਦੇ ਨੇ, ਤਾਂ ਖੱਬੇ ਹੱਥ ਆਈ ਹੋਈ ਬਾਲ ਨੂੰ ਖੱਬੇ ਹੱਥ ਹੀ ਸਿੱਟਣ ਦੀ ਬਜਾਏ, ਜਾਂ ਸੱਜੇ ਹੱਥ ਆਈ ਹੋਈ ਬਾਲ ਨੂੰ ਖੱਬੇ ਹੱਥ ਮਾਰਨ ਦੀ ਬਜਾਏ ਪੁੱਠਾ ਹੋ ਕੇ ਖਿਡਾਰੀ ਜਦੋਂ ਮਾਰਦਾ, ਤਾਂ ਇਹ ਜਿਹੜੀ ਕਲਾਸੀਕਲ ਖੇਡ ਦੇ ਪੈਮਾਨਿਆਂ ਦੇ ਮੁਤਾਬਕ ਇੱਕ ਅਪਰਾਧ ਹੈ ਨਾ। ਇਹ ਇੱਕ ਤਰ੍ਹਾਂ ਦੀ ਬਹੁਤ ਹੀ ਡਿੱਗੀ ਹੋਈ, ਗਿਰੀ ਹੋਈ ਚੀਜ਼ ਹੈ। ਇਸ ਗੱਲ ਦੀ ਕਲਪਨਾ ਨਹੀਂ ਸੀ ਕੀਤੀ ਜਾ ਸਕਦੀ, ਹੈ ਨਾ।
ਤੇ ਬਾਲ ਜੇ ਦੂਰ ਵੀ ਹੋਵੇ ਉਹਦੇ ਪਿੱਛੇ ਭੱਜ ਭੱਜ ਕੇ ਉਹਨੂੰ ਮਾਰਨਾ, ਇਹ ਆਮ ਸਧਾਰਨ ਬੰਦਿਆਂ ਵਾਂਗੂ ਜਦੋਂ ਸਿਰਫ ਰਨ ਬਣਾਉਣਾ ਤੇ ਜਿੱਤਣਾ ਹੀ ਮਕਸਦ ਬਣ ਜਾਂਦਾ ਹੈ, ਮਹਿਜ ਖੇਡਣਾ ਨਹੀਂ ਰਹਿੰਦਾ, ਤਾਂ ਸਮਝ ਲਓ ਕਿ ਉਹਦੇ ਵਿੱਚ ਜਿਹੜੀਆਂ ਲੋਕਪ੍ਰਿਯ ਬਿਰਤੀਆਂ ਹੁੰਦੀਆਂ ਨੇ ਉਹ ਕ੍ਰਿਕਟ ਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇ। ਠੀਕ ਹੈ, ਤੇ ਹਰ ਚੀਜ਼ ਦਾ ਪਾਪੂਲਰਾਈਜੇਸ਼ਨ ਹੁੰਦੀ ਆ। ਤੇ ਜੇ ਤੁਸੀਂ ਲਿਟਰੇਚਰ ਨੂੰ ਦੇਖੋ, ਲਿਟਰੇਚਰ ਵੀ ਉਹ ਐਲੀਟ ਲਿਟਰੇਚਰ ਵੀ ਹੈ, ਉਹ ਕਲਾਸੀਕਲ ਲਿਟਰੇਚਰ ਵੀ ਹੈ, ਪਰ ਬਹੁਤ ਸਾਰਾ ਸਾਹਿਤ ਤੁਹਾਨੂੰ ਜਿਹੜਾ ਹੈਗਾ ਪਾਪੂਲਰ ਲਿਟਰੇਚਰ ਵੀ ਮਿਲ ਜੂਗਾ। ਜਿਹੜੇ ਬਹੁਤ ਸਾਰੀਆਂ ਲਿਖਤਾਂ ਤੋਂ ਕਈ ਵਾਰ ਨੌਜਵਾਨ ਪੜ੍ਹਨਾ ਸ਼ੁਰੂ ਕਰਦੇ ਨੇ, ਰੋਮਾਂਟਿਕ ਜਸੂਸੀ ਕਿਸਮ ਦੀਆਂ ਲਿਖਤਾਂ, ਉਹਨਾਂ ਨੂੰ ਅਸੀਂ ਅਕਸਰ ਪਾਪੂਲਰ ਲਿਟਰੇਚਰ ਦੇ ਵਿੱਚ ਹੀ ਸ਼ਾਮਿਲ ਕਰਦੇ ਹਾਂ। ਤਾਂ ਜਦੋਂ ਇਹ ਸਾਰਾ ਕੁਝ ਅਸੀਂ ਪਾਪੂਲਰ ਲਿਟਰੇਚਰ, ਪਾਪੂਲਰ ਕਲਚਰ ਦੀ ਗੱਲ ਕਰ ਰਹੇ ਹਾਂ, ਮੁੱਢਲੇ ਸਮੇਂ ਦੇ ਵਿੱਚ, ਆਧੁਨਿਕ ਕਾਲ ਦੇ ਮੁੱਢਲੇ ਦੌਰ ਦੇ ਵਿੱਚ, ਤਾਂ ਉਦੋਂ ਉਹਦਾ ਪ੍ਰਭਾਵ ਤੇ ਉਹਦਾ ਸਰੂਪ ਵੱਖਰੇ ਤਰ੍ਹਾਂ ਦਾ। ਫਿਰ ਅਗਲੀ ਚੀਜ਼ ਜਿਹੜੀ ਪਾਪੂਲਰ ਕਲਚਰ ਦੀਆਂ ਅਗਲੀਆਂ ਚੀਜ਼ਾਂ ਬਣਦੀਆਂ ਨੇ, ਜਾਂ ਉਹਦੇ ਸਮਵਿਥ ਹੀ ਜਦੋਂ ਇਹ ਸਾਰਾ ਕੁਝ ਹੋ ਰਿਹਾ ਹੈ, ਤਾਂ ਜਿੱਥੇ ਬਸਤੀਆਂ ਸਾਡੀਆਂ ਬਸਤੀਆਂ ਸਥਾਪਿਤ ਹੋ ਰਹੀਆਂ ਸੀਗੀਆਂ ਯੂਰਪੀਅਨਾਂ ਦੀਆਂ, ਉਹਨਾਂ ਬਸਤੀਆਂ ਦੇ ਵਿਰੋਧ ਵਿੱਚ ਵੀ ਪਾਪੂਲਰ ਕਲਚਰ ਦੀਆਂ ਸਿਰਜਣਾਵਾਂ ਹੋਈਆਂ। ਜਿੱਥੇ ਬਲੈਕਸ ਦੀ ਅਸੀਂ ਗੱਲ ਕਰਦੇ ਹਾਂ, ਜਿਹੜੇ ਕਾਲੇ ਲੋਕਾਂ ਦੇ ਉੱਪਰ ਜਦੋਂ ਗੋਰੇ ਲੋਕਾਂ ਨੇ ਇੱਕ ਤਰ੍ਹਾਂ ਨਾਲ ਆਪਣਾ ਛੱਪਾ ਪਾਇਆ, ਰਾਜਨੀਤਿਕ ਕਬਜ਼ਾ ਕੀਤਾ, ਤਾਂ ਉਸ ਦੇ ਪ੍ਰਤੀਰੋਧ ਦੇ ਵਿੱਚ ਵੀ ਜੋ ਸਿਰਜਣਾਵਾਂ ਹੋਣੀਆਂ ਸ਼ੁਰੂ ਹੋਈਆਂ, ਉਹਨਾਂ ਨੂੰ ਅਸੀਂ ਪਾਪੂਲਰ ਕਲਚਰ ਦੀਆਂ ਸਿਰਜਣਾਵਾਂ ਦੇ ਵਿੱਚ ਗਿਣਦੇ ਹਾਂ। ਇਹ ਇਹਦਾ ਪਿਛੋਕੜ ਹੈ। ਤੇ ਜਦੋਂ ਅਸੀਂ ਹੁਣ ਦੇ ਸਮੇਂ 'ਚ ਆ ਜਾਂਦੇ ਹਾਂ, ਅੱਜ ਦੇ ਸਮੇਂ ਦੇ ਵਿੱਚ ਅਸੀਂ ਜਦੋਂ ਪਾਪੂਲਰ ਕਲਚਰ ਦੀ ਗੱਲ ਕਰਦੇ ਹਾਂ, ਤਾਂ ਨਾਲ ਜਿਹੜਾ ਟੌਪਿਕ ਤੁਹਾਡਾ ਹੈਗਾ ਪਾਪੂਲਰ ਕਲਚਰ ਐਂਡ ਮੀਡੀਆ, ਹੈ ਨਾ। ਤਾਂ ਮੀਡੀਆ ਕੀ ਚੀਜ਼ ਹੈ? ਮੀਡੀਆ ਆਪਣੇ ਆਪ ਦੇ ਵਿੱਚ ਬਹੁਤ ਹੀ ਫੈਸਲਾਕੁਨ ਰੋਲ ਅਦਾ ਕਰਦਾ ਹੈ, ਤੇ ਮੀਡੀਆ ਪਾਪੂਲਰ ਕਲਚਰ ਦੀਆਂ ਸਿਰਜਣਾਵਾਂ ਨੂੰ ਵਿਆਪਕ ਤੌਰ ਤੇ ਵਿਕਣਯੋਗ ਰਚਨਾਵਾਂ ਦੇ ਰੂਪ ਦੇ ਵਿੱਚ ਰੂਪਾਂਤਰਿਤ ਕਰਨ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦਾ ਹੈ। ਤੁਸੀਂ ਮੀਡੀਆ ਨੂੰ ਦੇਖਦੇ ਆ, ਤਾਂ ਮੀਡੀਆ ਸ਼ਬਦ ਅਸਲ ਵਿੱਚ ਉਦੋਂ ਵਰਤਿਆ ਜਾਣਾ ਸ਼ੁਰੂ ਹੋਇਆ ਜਦੋਂ ਜਿਹੜਾ ਸੂਚਨਾਵਾਂ ਦਾ ਤੇ ਸਿਰਜਣਾਵਾਂ ਦਾ ਆਦਾਨ ਪ੍ਰਦਾਨ ਉਹ ਸੱਤਾ ਜਾਂ ਕੇਂਦਰੀ ਸੱਤਾ ਦੇ ਹੱਥੋਂ ਨਿਕਲ ਕੇ ਆਮ ਲੋਕਾਂ ਦੇ ਕੋਲ ਅਤੇ ਜਿਹੜੇ ਨਿੱਜੀ ਦਾਇਰੇ ਨੇ, ਨਿੱਜੀ ਕਾਰਪੋਰੇਟ ਹਾਊਸ ਨੇ, ਉਹਨਾਂ ਕੋਲ ਚਲਾ ਗਿਆ। ਸਾਡੇ ਸਮੇਂ ਦੇ ਵਿੱਚ ਜਿਹੜਾ ਸ਼ਬਦ ਵਰਤਿਆ ਜਾਂਦਾ ਸੀ ਉਹ ਮਾਸ ਕਮਿਊਨੀਕੇਸ਼ਨ ਸ਼ਬਦ ਵਰਤਿਆ ਜਾਂਦਾ ਸੀ। ਮਾਸ ਕਮਿਊਨੀਕੇਸ਼ਨ ਸ਼ਬਦ ਜਿਹੜਾ ਹੈਗਾ ਉਹ ਮੀਡੀਆ ਤੇ ਮਾਸ ਕਮਿਊਨੀਕੇਸ਼ਨ ਵੈਸੇ ਸ਼ਾਬਦਿਕ ਤੌਰ ਤੇ ਦੇਖੀਏ ਤਾਂ ਕੋਈ ਅੰਤਰ ਨਹੀਂ ਹੈਗੇ, ਹੈ ਨਾ। ਤਾਂ ਮੀਡੀਆ ਦਾ ਭਾਵ ਵੀ ਹੈ ਨਾ ਮਾਧਿਅਮ ਹੀ ਆ ਕਿ ਤੁਸੀਂ ਆਪਣੀ ਜਿਹੜੀ ਗੱਲ ਹੈ ਉਹ ਕਿਸੇ ਮੀਡੀਆ ਦੇ ਰਾਹੀਂ ਇੱਕ ਦੂਜੇ ਤੱਕ ਪਹੁੰਚਾਉਣੀ ਹੈ। ਇਹਦਾ ਮਤਲਬ ਮੀਡੀਆ ਵੀ ਕਮਿਊਨੀਕੇਸ਼ਨ ਦਾ ਸ਼ਬਦ ਹੀ ਹੈ, ਪਰ ਪਹਿਲਾਂ ਜਿਹੜਾ ਸ਼ਬਦ ਵਰਤਿਆ ਜਾਂਦਾ ਸੀ ਉਹ ਮਾਸ ਕਮਿਊਨੀਕੇਸ਼ਨ ਵਰਤਿਆ ਜਾਂਦਾ ਸੀ। ਤੇ ਉਹਦਾ ਮਤਲਬ ਸੀ ਕਿ ਜਦੋਂ ਸਰਕਾਰ ਨੇ ਆਪਣੀਆਂ ਨੀਤੀਆਂ ਬਾਰੇ, ਆਪਣੇ ਕੰਮਾਂ ਕਾਰਾਂ ਬਾਰੇ ਲੋਕਾਂ ਤੱਕ ਸੂਚਨਾ ਪਹੁੰਚਾਉਣੀ ਹੁੰਦੀ ਸੀ, ਤਾਂ ਉਦੋਂ ਜਿਹੜਾ ਸਾਡੇ ਕੋਲ ਮੀਡੀਆ ਮੌਜੂਦ ਸੀ, ਭਾਵੇਂ ਉਹ ਅਖਬਾਰਾਂ ਸੀ, ਭਾਵੇਂ ਉਹ ਰੇਡੀਓ ਸੀ, ਤੇ ਭਾਵੇਂ ਟੈਲੀਵਿਜ਼ਨ ਸੀ, ਹੈ ਨਾ। ਖਾਸ ਕਰਕੇ ਰੇਡੀਓ ਤੇ ਟੈਲੀਵਿਜ਼ਨ, ਕਿਉਂਕਿ ਰੇਡੀਓ ਤੇ ਟੈਲੀਵਿਜ਼ਨ ਬਹੁਤ ਦੇਰ ਤੱਕ ਸਰਕਾਰੀ ਹੀ ਰਹੇ ਨੇ। ਅਖਬਾਰਾਂ ਜ਼ਰੂਰ ਮੁੱਢਲੇ ਦਿਨਾਂ ਤੋਂ ਹੀ ਪ੍ਰਾਈਵੇਟ ਰਹੀਆਂ ਨੇ, ਹੈ ਨਾ, ਪਰ ਜਿਹੜੀਆਂ ਇਹ ਰੇਡੀਓ ਤੇ ਟੈਲੀਵਿਜ਼ਨ ਇਹ ਸਰਕਾਰੀ ਕੰਟਰੋਲ ਦੇ ਵਿੱਚ ਰਹੇ ਨੇ। ਆਲ ਇੰਡੀਆ ਰੇਡੀਓ ਤੇ ਦੂਰਦਰਸ਼ਨ ਹੀ ਸਿਰਫ ਹੁੰਦੇ ਸੀ। ਤਾਂ ਇਹਨਾਂ ਦੇ ਰਾਹੀਂ ਸਰਕਾਰ ਦੀਆਂ ਨੀਤੀਆਂ ਜਾਂ ਸਰਕਾਰ ਦੁਆਰਾ ਪ੍ਰਵਾਨ ਕੀਤੀਆਂ ਗਈਆਂ ਚੀਜ਼ਾਂ ਹੀ ਸਿਰਫ ਲੋਕਾਂ ਤੱਕ ਅਪਣਾਈਆਂ ਜਾਂਦੀਆਂ ਸੀ, ਤੇ ਬਹੁਤ ਹੀ ਸੀਮਤ ਰੂਪ ਦੇ ਵਿੱਚ ਜਿਹੜਾ ਕਹੀਏ ਕਿ ਬਹੁਤ ਥੋੜੇ ਪ੍ਰੋਗਰਾਮ ਉਹਨਾਂ ਦਿਨਾਂ ਦੇ ਵਿੱਚ ਹੁੰਦੇ ਸੀ। ਉਦੋਂ ਅਸੀਂ ਇਹ ਸ਼ਬਦ ਮੀਡੀਆ ਨਹੀਂ ਸੀ ਵਰਤਦੇ, ਉਦੋਂ ਅਸੀਂ ਮਾਸ ਕਮਿਊਨੀਕੇਸ਼ਨ, ਹੈ ਨਾ, ਜਾਂ ਜਿਹੜਾ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਸ਼ਬਦ ਵਰਤਦੇ ਸੀਗੇ। ਕਿ ਪੱਤਰਕਾਰੀ ਜਿਹੜੀ ਹੈਗੀ ਆ ਉਹਦੇ ਵਿੱਚ ਮਤਲਬ ਮੋਟੇ ਤੌਰ ਤੇ ਕਨਸੈਪਸ਼ਨ ਇਹ ਸੀ ਜਾਂ ਸੰਕਲਪ ਇਹ ਸੀਗਾ ਕਿ ਸੂਚਨਾ ਇੱਕ ਖਾਸ ਧਿਰ ਤੋਂ ਜਿਹਦੇ ਕੋਲ ਪ੍ਰਮਾਣਿਕ ਹੈਗੀ ਆ ਸੂਚਨਾ, ਉਸ ਨੇ ਜਨਤਾ ਤੱਕ ਪਹੁੰਚਾਉਣੀ ਹੈ। ਠੀਕ ਹੈ, ਪਰ ਮੀਡੀਆ ਸ਼ਬਦ ਜਦੋਂ ਵਰਤਿਆ ਜਾਣਾ ਸ਼ੁਰੂ ਹੋਇਆ, ਇਹ ਉਦੋਂ ਵਰਤਿਆ ਜਾਣਾ ਸ਼ੁਰੂ ਹੋਇਆ ਜਦੋਂ ਰੇਡੀਓ ਤੇ ਟੈਲੀਵਿਜ਼ਨ ਦੇ ਉੱਪਰ ਸਰਕਾਰੀ ਨਿਯੰਤਰਣ ਖਤਮ ਹੋ ਗਿਆ, ਅਤੇ ਉਸ ਦੇ ਨਾਲ ਫਿਰ ਅੱਗੇ ਜਾ ਕੇ ਜਿਹਨੂੰ ਅਸੀਂ ਸੋਸ਼ਲ ਮੀਡੀਆ ਦੀ ਵੱਲ ਜਦੋਂ ਚਲੇ ਗਏ ਆਪਾਂ, ਤਾਂ ਉੱਥੇ ਕਮਿਊਨੀਕੇਸ਼ਨ ਦਾ ਜਿਹੜਾ ਸਾਰਾ ਨੈਟਵਰਕ ਹੈ
ਉਹ ਸਰਕਾਰ ਤੋਂ ਲੋਕਾਂ ਵੱਲ ਰਹਿਣ ਦੀ ਬਜਾਏ ਲੋਕਾਂ ਦਾ ਆਪਣੇ ਦਰਮਿਆਨ ਨਿੱਜੀ ਤੌਰ ਤੇ, ਸਮੂਹਕ ਤੌਰ ਤੇ ਕੰਪਨੀਆਂ ਦਾ ਵੱਡੇ ਵੱਡੇ ਚੈਨਲ ਖੁੱਲੇ, ਉਹਨਾਂ ਦਾ ਲੋਕਾਂ ਦੇ ਵਿੱਚ, ਤਾਂ ਸਰਕਾਰੀ ਕੰਟਰੋਲ ਜਦੋਂ ਖਤਮ ਹੋ ਗਿਆ, ਜਦੋਂ ਇੱਕ ਦੂਜੇ ਨਾਲ ਖੁੱਲੇ ਸੰਚਾਰ ਦਾ ਢਾਂਚਾ ਵਿਕਸਿਤ ਹੋਇਆ, ਉਸ ਨੂੰ ਅਸੀਂ ਮੀਡੀਆ ਕਹਿਣਾ ਸ਼ੁਰੂ ਕਰ ਦਿੱਤਾ। ਠੀਕ ਹੈ, ਇਸ ਕਰਕੇ ਉਹ ਆਪਾਂ ਜੇ ਸ਼ਬਦਿਕ ਤੌਰ ਤੇ ਲਈਏ ਤਾਂ ਮੀਡੀਆ ਦੇ ਵਿੱਚ ਮੀਡੀਆ ਨੂੰ ਅੱਗੇ ਦੋ ਆਪਾਂ ਰੂਪਾਂ 'ਚ ਲੈਂਦੇ ਹਾਂ, ਇੱਕ ਇਲੈਕਟ੍ਰੋਨਿਕ ਮੀਡੀਆ ਤੇ ਇੱਕ ਪ੍ਰਿੰਟ ਮੀਡੀਆ, ਹੈ ਨਾ। ਤਾਂ ਜਿਹੜਾ ਪ੍ਰਿੰਟ ਮੀਡੀਆ ਹੈਗਾ, ਪ੍ਰਿੰਟ ਮੀਡੀਆ ਦੇ ਵਿੱਚ ਅਖਬਾਰਾਂ ਤੋਂ ਲੈ ਕੇ ਸਾਰੀਆਂ ਕਿਤਾਬਾਂ ਤੱਕ ਵਿੱਚ ਸ਼ਾਮਲ ਹੋ ਜਾਣਗੀਆਂ। ਪਰ ਜਦੋਂ ਹੁਣ ਅਸੀਂ ਮੀਡੀਆ ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਬੜੀ ਸੁਭਾਵਿਕ ਰੂਪ ਦੇ ਵਿੱਚ ਹੀ ਸਾਨੂੰ ਇਹ ਲੱਗਦਾ ਕਿ ਅਸੀਂ ਇਹ ਰੇਡੀਓ ਤੇ ਟੈਲੀਵਿਜ਼ਨ ਜਾਂ ਇੰਟਰਨੈਟ ਜਾਂ ਸੋਸ਼ਲ ਮੀਡੀਆ ਦੀ ਗੱਲ ਕਰ ਰਹੇ ਹਾਂ, ਅਸੀਂ ਅਖਬਾਰਾਂ ਦੀ ਗੱਲ ਸ਼ਾਇਦ ਉਸ ਰੂਪ ਦੇ ਵਿੱਚ ਨਹੀਂ ਕਰ ਰਹੇ, ਕਿਉਂਕਿ ਉਹ ਵੀ ਮੀਡੀਆ ਦੇ ਹੀ ਰੂਪ ਨੇ। ਆਪਾਂ ਜੇ ਕਹੀਏ ਕਿ ਸੰਕਲਪੀ ਰੂਪ ਦੇ ਵਿੱਚ ਸੋਚੀਏ ਤਾਂ ਉਹ ਵੀ ਮੀਡੀਆ ਦੇ ਰੂਪ ਨੇ, ਪ੍ਰਿੰਟ ਮੀਡੀਆ ਦੇ ਰੂਪ ਨੇ, ਭਾਵੇਂ ਉਹ ਅਖਬਾਰਾਂ ਨੇ, ਭਾਵੇਂ ਰਸਾਲੇ ਨੇ, ਭਾਵੇਂ ਉਹ ਕਿਤਾਬਾਂ ਨੇ, ਹੈ ਨਾ, ਉਹ ਸਾਰਾ ਕੁਝ ਪ੍ਰਿੰਟ ਮੀਡੀਆ ਦੇ ਵਿੱਚ ਆਉਂਦਾ। ਜਿਹੜਾ ਪਬਲਿਕ ਡਿਸਟ੍ਰੀਬਿਊਸ਼ਨ ਦੇ ਵਿੱਚ ਕੋਈ ਚੀਜ਼ ਆ ਗਈ, ਗਿਆਨ ਜਾਂ ਸੂਚਨਾ, ਹੈ ਨਾ, ਉਹ ਮੀਡੀਆ ਦੇ ਵਿੱਚ ਹੈ। ਠੀਕ ਹੈ, ਪਰ ਹੁਣ ਜਿਹੜਾ ਮੀਡੀਆ ਹੈਗਾ ਉਸ ਨੂੰ ਅਸੀਂ ਜ਼ਿਆਦਾਤਰ ਸੀਮਤ ਕਰਕੇ ਦੇਖਦੇ ਹਾਂ ਇਲੈਕਟ੍ਰੋਨਿਕ ਮੀਡੀਆ ਤੱਕ। ਤੇ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਵੀ, ਹੈ ਨਾ, ਟੈਲੀਵਿਜ਼ਨ, ਰੇਡੀਓ, ਇੰਟਰਨੈਟ ਤੇ ਸੋਸ਼ਲ ਮੀਡੀਆ, ਹੈ ਨਾ, ਇਹ ਸਾਰਾ ਕੁਝ ਅਸੀਂ ਉੱਥੇ ਇਕੱਠਾ ਕਰਦੇ ਹਾਂ। ਹੁਣ ਦੇਖੋ ਤੁਸੀਂ ਕਿ ਜਿਹੜਾ ਇਹ ਪਪੂਲਰ ਕਲਚਰ ਹੈ, ਇਸ ਦੇ ਫੈਲਾਓ ਦਾ ਜਿਹੜਾ ਸਾਰਾ ਢਾਂਚਾ ਤਿਆਰ ਹੁੰਦਾ ਹੈ, ਉਹਦਾ ਸੰਬੰਧ ਇਲੈਕਟ੍ਰੋਨਿਕ ਮੀਡੀਆ ਦੇ ਨਾਲ ਹੈ। ਇਲੈਕਟ੍ਰੋਨਿਕ ਮੀਡੀਆ ਦੀ ਸਮੁੱਚੀ ਜਿਹੜੀ ਇਸ ਸਮੇਂ ਉਹਦੀ ਜਿਹੜੀ ਕਿ ਕਹੀਏ ਕਿ ਅਨਾਟਮੀ ਆ, ਉਸ ਅਨਾਟਮੀ ਦਾ ਸਿੱਧਾ ਤਾਲੁਕ ਪਪੂਲਰ ਕਲਚਰ ਦੇ ਨਾਲ ਹੈ। ਯਾਨੀ ਪਪੂਲਰ ਕਲਚਰ ਤੋਂ ਬਿਨਾਂ ਅੱਜ ਦੀ ਡੇਟ ਦੇ ਵਿੱਚ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈਗਾ ਉਹ ਕੋਈ ਆਪਣੀ ਵੱਖਰੀ ਪਛਾਣ ਹੀ ਨਹੀਂ ਰੱਖਦਾ। ਠੀਕ ਹੈ, ਇਸ ਕਰਕੇ ਹੁਣ ਦੋਵੇਂ ਇੱਕ ਦੂਜੇ ਨਾਲ ਆਰਗੈਨਿਕਲੀ ਜੁੜੇ ਹੋਏ ਨੇ ਕਿ ਤੁਸੀਂ ਜਿਹੜਾ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਹਰ ਚੀਜ਼ ਨੂੰ ਮਨੋਰੰਜਨ ਬਣਾ ਦਿੱਤਾ ਗਿਆ, ਹਰ ਚੀਜ਼ ਨੂੰ ਪਪੂਲਰ ਮੀਡੀਆ ਦੀ ਪ੍ਰੋਡਕਟ ਦੇ ਤੌਰ ਤੇ ਇੱਕ ਤਰ੍ਹਾਂ ਨਾਲ ਤਿਆਰ ਕੀਤਾ ਜਾ ਰਿਹਾ ਹੈ ਨਾ। ਭਾਵੇਂ ਉਹ ਖਬਰ ਹੋਵੇ, ਹੁਣ ਖਬਰ ਨਹੀਂ ਕਹਿੰਦੇ, ਉਹ ਸਟੋਰੀ ਕਹਿੰਦੇ ਨੇ, ਹੈ ਨਾ। ਹਰ ਚੀਜ਼ ਇੱਕ ਸਟੋਰੀ ਹੈ ਤੇ ਜਦੋਂ ਖਬਰਾਂ ਸੁਣਾਈਆਂ ਜਾਂਦੀਆਂ ਨੇ, ਖਬਰਾਂ ਸੁਣਾਉਣ ਦਾ ਤੌਰ ਤਰੀਕਾ ਵੀ ਉਸ ਰੂਪ ਦੇ ਵਿੱਚ ਹੁੰਦਾ ਕਿ ਉਸ ਨੂੰ ਇੱਕ ਪਪੂਲਰ ਮੀਡੀਆ ਪ੍ਰੋਡਕਟ ਦੇ ਰੂਪ ਦੇ ਵਿੱਚ ਲਿਆ ਜਾਵੇ। ਉਹਦੇ 'ਚ ਉਸੇ ਤਰ੍ਹਾਂ ਦੀ ਜਿਹੜੀ ਜਿਸ ਨੂੰ ਕਹੀਏ ਕਿ ਖਾਸ ਤਰ੍ਹਾਂ ਦੀ ਵੇਚ ਵੱਟ ਵਾਸਤੇ ਜੋ ਉਹਦੀ ਸਟਰਕਚਰ ਨੂੰ ਉਹਦੇ ਵਿੱਚ ਤਬਦੀਲ ਕਰਨੀ ਹੁੰਦੀ ਹੈ ਨਾ, ਇੱਕ ਸੈਂਸੇਸ਼ਨਲਿਜ਼ਮ ਕਹਿੰਦੇ ਆਪਾਂ, ਹੈ ਨਾ, ਇੱਕ ਸੈਂਸੇਸ਼ਨ ਦੇ ਰੂਪ ਦੇ ਵਿੱਚ ਉਸ ਚੀਜ਼ ਨੂੰ ਬਣਾਇਆ ਜਾਂਦਾ ਹੈ ਨਾ। ਤਾਂ ਹਰ ਚੀਜ਼ ਜਿਹੜੀ ਹੈਗੀ ਇਸ ਸਮੇਂ ਮੀਡੀਆ ਦੀ, ਹਰ ਚੀਜ਼ ਪਪੂਲਰ ਕਲਚਰ ਦੀਆਂ ਸਿਰਜਣਾਵਾਂ ਦੇ ਢਾਂਚੇ ਵਿੱਚ ਫਿੱਟ ਹੁੰਦੀ ਹੈ ਤਾਂ ਉਹ ਟਿਕਦੀ ਹੈ। ਜੇ ਉਹ ਨਹੀਂ ਟਿਕ ਸਕਦੀ ਪਪੂਲਰ ਕਲਚਰ ਦੀਆਂ ਸਿਰਜਣਾਵਾਂ ਦੇ ਢਾਂਚੇ ਵਿੱਚ, ਤਾਂ ਉਹ ਮੀਡੀਆ ਦੇ ਵਿੱਚ ਕੰਮ ਕਰਨ ਦੇ ਯੋਗ ਨਹੀਂ ਹੈਗੀ, ਉਹ ਉੱਥੇ ਰੱਖਣ ਯੋਗ ਨਹੀਂ ਹੈਗੀ। ਜਦੋਂ ਅਸੀਂ ਧਿਆਨ ਨਾਲ ਜਦੋਂ ਆਪਾਂ ਦੇਖਦੇ ਹਾਂ ਟੀਵੀ ਦੇ ਉੱਪਰ ਜੋ ਪ੍ਰੋਗਰਾਮ ਆਉਂਦੇ ਨੇ, ਮੈਂ ਪਿਛਲੇ ਸਾਲਾਂ 'ਚ ਲਗਾਤਾਰ ਨੋਟ ਕਰ ਰਿਹਾ ਸੀ ਕਿ ਜਿਹੜੇ ਸਾਡੇ ਖਿਡਾਰੀ ਨੇ ਉਹ ਐਕਟਰਾਂ ਵਰਗੇ ਵਾਂਗੂ ਤਿਆਰ ਹੋਣ ਲੱਗ ਪਏ ਤੇ ਉਹਨਾਂ ਦੇ ਵਾਲ, ਉਹਨਾਂ ਦਾ ਜਿਹੜਾ ਪਹਿਨਣ ਪਚਰਨ ਦਾ ਤਰੀਕਾ ਤੇ ਉਹ ਸਾਰਾ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਕਹਿੰਦੇ ਨੇ, ਉਹ ਹੁਣ ਤੇ ਇੱਥੋਂ ਤੱਕ ਮੈਨੂੰ ਲੱਗਦਾ ਕਿ ਜਦੋਂ ਚੋਣ ਵੀ ਕੀਤੀ ਜਾਂਦੀ ਹੈ ਨਾ, ਜਦੋਂ ਖਿਡਾਰੀਆਂ ਦੀ ਚੋਣ ਕੀਤੀ ਜਾਂਦੀ ਆ, ਉਦੋਂ ਵੀ ਇਹ ਗੱਲ ਧਿਆਨ ਦੇ ਵਿੱਚ ਰੱਖੀ ਜਾਂਦੀ ਆ ਕਿ ਇਹ ਬੰਦਾ ਪਪੂਲਰ ਮੀਡੀਆ ਦੇ ਵਿੱਚ ਪ੍ਰੈਜ਼ੈਂਟੇਬਲ ਹੈਗਾ ਕਿ ਨਹੀਂ ਹੈਗਾ, ਇਹਨਾਂ ਨੂੰ ਕ੍ਰਿਕਟ ਕਿੰਨੀ ਕੁ ਆਉਂਦੀ ਆ, ਕਿੰਨੀ ਕੁ ਨਹੀਂ ਆਉਂਦੀ। ਇਹਦੀ ਬਜਾਏ ਕਿਤੇ ਇਹ ਗੱਲ ਵੀ ਕਿਤੇ ਆਪਣੀ ਭੂਮਿਕਾ ਨਿਭਾਉਂਦੀ ਹੋਊਗੀ ਕਿ ਇਹ ਪਪੂਲਰ ਮੀਡੀਆ ਦੇ ਵਿੱਚ ਪ੍ਰੈਜ਼ੈਂਟੇਬਲ ਹੈ, ਇਸ ਕਰਕੇ ਇਸ ਨੂੰ ਵਿੱਚ ਰੱਖ ਲੈਣਾ ਚਾਹੀਦਾ। ਤੇ ਜਾਂ ਇਹ ਕਹੀਏ ਕਿ ਜਿਹੜੇ ਖਿਡਾਰੀ ਹੁੰਦੇ ਨੇ, ਮੇਰੀ ਸਮਝ ਅਨੁਸਾਰ ਉਹਨਾਂ 'ਚ ਜੇ ਮੰਨ ਲਓ 11 ਖਿਡਾਰੀ ਭਾਰਤੀ ਟੀਮ ਦੇ ਵਿੱਚ ਖੇਡਦੇ ਨੇ, ਕੁੱਲ 16 ਸਿਲੈਕਟ ਕੀਤੇ ਜਾਂਦੇ ਨੇ, ਘੱਟੋ ਘੱਟ 250-300 ਖਿਡਾਰੀ ਇਸੇ ਹੀ ਸਟੈਂਡਰਡ ਦਾ ਭਾਰਤ ਦੇ ਵਿੱਚ ਮੌਜੂਦ ਹੈ। ਇਸੇ ਸਟੈਂਡਰਡ ਦਾ 250-300 ਖਿਡਾਰੀ ਮੌਜੂਦ ਹੁੰਦਾ ਤੇ ਲਗਭਗ ਇੰਨੀ ਪਰਫੈਕਸ਼ਨ ਵਾਲੇ ਖਿਡਾਰੀ ਹੈਗੇ ਨੇ ਕਿ ਜੇ ਉਹਨਾਂ ਨੂੰ ਕਿਹਾ ਜਾਵੇ ਕਿ ਹਰ ਬਾਲ ਤੇ ਚੌਕਾ ਵੱਜਣਾ ਚਾਹੀਦਾ ਤਾਂ ਉਹ ਚੌਕਾ ਮਾਰਨ ਦੇ ਕਾਬਿਲ ਨੇ,
ਤੇ ਜੇ ਉਹਨਾਂ ਨੂੰ ਕਿਹਾ ਜਾਵੇ ਕਿ ਇਹਦੇ ਤੇ ਬਿਨਾਂ ਪਤਾ ਲੱਗੇ ਤੁਸੀਂ ਆਊਟ ਹੋਣਾ, ਕਿ ਕਿਸੇ ਨੂੰ ਪਤਾ ਨਾ ਲੱਗੇ, ਤੇ ਉਹ ਆਊਟ ਹੋਣ ਲਈ ਵੀ ਉਨਾ ਹੀ ਮਾਹਿਰ ਨੇ, ਹੈਨਾ। ਤਾਂ ਜਿਹੜੀ ਸਾਰੀ ਖੇਡ ਆ ਜਿਹਨੂੰ ਅਸੀਂ ਕਹਿੰਦੇ ਆ ਕਿ ਬੈਟਿੰਗ ਬਹੁਤ ਹੋਣ ਲੱਗ ਗਈ ਵੀ, ਹੈਨਾ, ਕਿ ਬੈਟਿੰਗ ਹੁੰਦੀ ਆ, ਤੁਸੀਂ ਜਰਾ ਧਿਆਨ ਨਾਲ ਦੇਖਣਾ ਸ਼ੁਰੂ ਕਰ ਦਿਓ ਕਿ ਉਸ ਖੇਡ ਦੇ ਵਿੱਚ ਰਿਜ਼ਲਟ ਨੂੰ ਅਕਸਰ ਅਖੀਰ ਤੱਕ ਲੈ ਕੇ ਇਸ ਤਰ੍ਹਾਂ ਜਾਇਆ ਜਾਂਦਾ ਹੈ ਕਿਉਂਕਿ ਹਰ ਬਾਲ ਦੇ ਉੱਪਰ ਬੈਟਿੰਗ ਹੋ ਰਹੀ ਹੁੰਦੀ ਹੈ, ਹਰ ਬਾਲ ਦੇ ਉੱਪਰ ਉੱਥੇ ਸੱਟਾ ਲੱਗ ਰਿਹਾ ਹੁੰਦਾ ਹੈ, ਸ਼ਰਤਾਂ ਲੱਗ ਰਹੀਆਂ ਹੁੰਦੀਆਂ ਨੇ। ਤਾਂ ਉਸ ਸੂਰਤ ਦੇ ਵਿੱਚ ਜਦੋਂ ਖੇਡ ਇਸ ਤਰ੍ਹਾਂ ਦੀ ਬਣ ਚੁੱਕੀ ਹੈ ਤਾਂ ਜ਼ਾਹਿਰ ਹੈ ਕਿ ਜੇ 200-300 ਖਿਡਾਰੀ ਸਾਡੇ ਕੋਲ ਇੱਕੋ ਲੈਵਲ ਦਾ ਹੈਗਾ ਤੇ ਉਹਨਾਂ ਦੇ ਵਿੱਚੋਂ ਚੋਣ ਕਰਨੀ ਆ, ਤਾਂ ਫਿਰ ਭਾਈ ਉਹ ਵਿਜ਼ੂਅਲੀ ਪ੍ਰੈਜ਼ੈਂਟੇਬਲ ਖਿਡਾਰੀ ਵੀ ਹੋਣੇ ਚਾਹੀਦੇ ਨੇ, ਹੈਨਾ, ਕਿ ਜਦੋਂ ਕੈਮਰਾ ਉਹਨਾਂ ਤੇ ਫੋਕਸ ਹੋਵੇ, ਉਹਨਾਂ ਦਾ ਵਾਲ, ਉਹਨਾਂ ਦੀ ਸ਼ਕਲ ਸੂਰਤ, ਉਹਨਾਂ ਦਾ ਪਹਿਨਣ ਪਚਰਣ, ਤੇ ਈਵਨ ਉਹਨਾਂ ਦੇ ਖਿਡਾਰੀਆਂ ਦੀ ਹੁਣ ਜ਼ਿੰਦਗੀ ਜਿਹੜੀ ਹੈਗੀ ਆ ਉਹ ਸਿਰਫ ਉਦੋਂ ਖਿਡਾਰੀ ਨਹੀਂ ਹੈਗੇ ਜਦੋਂ ਉਹ ਮੈਦਾਨ ਦੇ ਵਿੱਚ ਨੇ, ਜਦੋਂ ਬਾਹਰ ਤੁਰੇ ਫਿਰਦੇ ਨੇ ਉਦੋਂ ਵੀ ਉਹ ਪਪੂਲਰ ਫਿਗਰ ਦੇ ਰੂਪ ਦੇ ਵਿੱਚ, ਜਿਹਨੂੰ ਅਸੀਂ ਸੈਲੀਬ੍ਰਿਟੀ ਕਹਿੰਦੇ ਹਾਂ, ਹੈਨਾ। ਯਾਨੀ ਸੈਲੀਬ੍ਰਿਟੀ ਜਿਹੜਾ ਕਰੈਕਟਰ ਹੈ ਆਪਣੇ ਆਪ ਦੇ ਵਿੱਚ ਮੀਡੀਆ ਦੀ ਉਪਜ ਹੈ, ਤਾਂ ਉਹਦੇ ਨਾਲ ਉਹ ਕਨਵਰਜ ਕਰ ਜਾਂਦਾ, ਉਹ ਖਿਡਾਰੀ ਨਹੀਂ ਰਹਿੰਦਾ ਹੈਗਾ, ਉਹ ਸੈਲੀਬ੍ਰਿਟੀ ਬਣ ਜਾਂਦਾ। ਤੇ ਸੈਲੀਬ੍ਰਿਟੀ ਲਈ ਫਿਰ ਸਾਰਾ ਕੁਝ ਹੀ ਜ਼ਰੂਰੀ ਹੈ ਕਿ ਉਹਦੀ ਵਿਜ਼ੂਅਲ ਜਿਹੜੀ ਹੈਗੀ ਆ ਉਹ ਵਧੀਆ ਹੋਵੇ, ਉਹ ਐਡਵਰਟਾਈਜ਼ਮੈਂਟ ਦੇ ਵਿੱਚ ਵੀ ਤਾਂ ਹੀ ਕੰਮ ਕਰੂਗਾ, ਹੈਨਾ, ਜਾਂ ਉਹ ਉਹਦੀ ਮੂਵਮੈਂਟ, ਕੱਪੜੇ ਲੀੜੇ, ਹਰ ਚੀਜ਼ ਜਿਹੜੀ ਹੈਗੀ ਆ ਉਹ ਇਸ ਰੂਪ ਦੇ ਵਿੱਚ ਸਿਰਜ ਜਾਊਗੀ। ਮੈਂ ਤੁਹਾਨੂੰ ਇਸ ਕਰਕੇ ਕਹਿ ਰਿਹਾ ਕਿ ਜੋ ਵੀ ਹੁਣ ਇਲੈਕਟ੍ਰੋਨਿਕ ਮੀਡੀਆ ਦੇ ਉੱਪਰ ਆਉਂਦਾ ਹੈ ਉਹ ਪਪੂਲਰ ਮੀਡੀਆ ਦੀਆਂ ਸ਼ਰਤਾਂ ਦੇ ਅਨੁਰੂਪ ਹੁੰਦਾ ਤਾਂ ਆਉਂਦਾ, ਠੀਕ ਹੈ। ਤੇ ਇਸ ਤਰੀਕੇ ਨਾਲ ਦੋਵੇਂ ਇੱਕ ਦੂਜੇ ਨੂੰ ਸਰਵ ਕਰਦੇ ਨੇ, ਹੈਨਾ। ਪਪੂਲਰ ਮੀਡੀਆ ਉਹਨਾਂ ਨੂੰ ਸਰਵ ਕਰਦਾ। ਜਦੋਂ ਹੁਣ ਪਪੂਲਰ ਮੀਡੀਆ ਇਸ ਰੂਪ ਚ ਆ ਗਿਆ ਤਾਂ ਜ਼ਾਹਿਰ ਹੈ ਕਿ ਜਿਹੜਾ ਉਹ ਮੱਧ ਕਾਲ ਦਾ ਸੀ ਪਪੂਲਰ ਕਲਚਰ ਇਸ ਰੂਪ ਦੇ ਵਿੱਚ ਆ ਗਿਆ ਕਿ ਪਪੂਲਰ ਕਲਚਰ ਮੀਡੀਆ ਦੀ ਇੱਕ ਪ੍ਰੋਡਕਟ ਦੇ ਤੌਰ ਤੇ, ਹੈਨਾ, ਸਾਡੇ ਕੋਲ ਇੱਕ ਵਿਕਣਯੋਗ ਚੀਜ਼ ਹੈ। ਤਾਂ ਜ਼ਾਹਿਰ ਹੈ ਕਿ ਇਸ ਦਾ ਫਿਰ ਇਹਦਾ ਪ੍ਰਕਾਰਜ ਵੀ, ਇਹਦਾ ਸਰੂਪ ਵੀ ਉਹ ਨਹੀਂ ਰਹੂਗਾ ਪਪੂਲਰ ਕਲਚਰ ਦਾ ਜਿਹੜਾ ਮਜ਼ਦੂਰ ਬਸਤੀਆਂ ਦੇ ਵਿੱਚ ਜਾਂ ਜਿਹੜਾ ਬਲੈਕ ਕਾਲੇ ਲੋਕਾਂ ਦੇ ਵਿੱਚ ਉਸ ਦਾ ਰੂਪ ਸੀਗਾ, ਹੈਨਾ। ਇਹ ਹੁਣ ਇੱਕ ਵਿਕਣਯੋਗ ਚੀਜ਼ ਹੈ। ਇਹ ਜਿਹੜੀ ਯਾਨੀ ਸ਼ੁਰੂਆਤ ਇਹਦੀ ਵੀ ਉੱਥੋਂ ਹੀ ਹੁੰਦੀ ਹੈ। ਜੋ ਕੁਝ ਹੁਣ ਤੁਸੀਂ ਪਪੂਲਰ ਮੀਡੀਆ, ਪਪੂਲਰ ਕਲਚਰ ਦੇ ਵਿੱਚ ਚੀਜ਼ਾਂ ਦੇਖੋ ਜਿਹੜੀਆਂ ਮਸ਼ਹੂਰ ਹੁੰਦੀਆਂ ਨੇ, ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਕਿ ਉਸ ਦੇ ਵਿੱਚ ਕੋਈ ਕਲਾਤਮਕਤਾ ਨਾਮ ਦੀ ਚੀਜ਼ ਹੁੰਦੀ ਨਹੀਂ, ਹੈਨਾ। ਜੇ ਕੋਈ ਸਿੰਗਰ ਹੈ, ਈਵਨ ਹੁਣ ਤਾਂ ਇੱਥੋਂ ਤੱਕ ਹੋ ਗਿਆ ਕਿ ਸ਼ਕਲ ਸੂਰਤ ਵੀ ਏਡੀ ਮਹੱਤਵਪੂਰਨ ਨਹੀਂ ਰਹਿੰਦੀ ਹੈਗੀ ਸਿੰਗਰਾਂ ਦੀ, ਹੈਨਾ। ਖਿਡਾਰੀਆਂ ਦੀ ਰਹਿੰਦੀ ਆ, ਪਰ ਜਿਹੜੇ ਸਿੰਗਰ ਨੇ ਉਹ ਇਸ ਤਰੀਕੇ ਨਾਲ ਉਹਨਾਂ ਨੂੰ ਕੰਸਟਰਕਟ ਕੀਤਾ ਜਾ ਸਕਦਾ ਹੁੰਦਾ ਸ਼ਕਲਾਂ ਸੂਰਤਾਂ ਨੂੰ ਕਿ ਉਹਨਾਂ ਨੂੰ ਪ੍ਰੈਜ਼ੈਂਟੇਬਲ ਬਣਾਇਆ ਜਾ ਸਕਦਾ। ਈਵਨ ਉੱਥੇ ਵੀ ਇਹ ਗੱਲ ਬੜੀ ਧਿਆਨ ਨਾਲ ਦੇਖਣ ਵਾਲੀ ਹੈ ਕਿ ਜਿਹੜਾ ਸਜਣ ਸੰਵਰਨ ਦਾ ਜਾਂ ਜਿਹਨੂੰ ਅਸੀਂ ਦੇਖਣ ਦਾ ਢਾਂਚਾ ਕਹਿੰਦੇ ਸੀ ਸਾਡਾ ਪੁਰਾਣਾ, ਉਹ ਵੀ ਬਦਲ ਗਿਆ, ਹੈਨਾ। ਹੁਣ ਜਿਵੇਂ ਅਸੀਂ ਵਾਲ ਵਾਹੁੰਦੇ ਆ, ਹੈਨਾ, ਆਮ ਰੂਟੀਨ 'ਚ ਵਾਲ ਵਾਹੁੰਦੇ ਆ, ਇੱਕ ਤਾਂ ਉਹ ਹੈ, ਹੈਨਾ, ਕਿ ਅਸੀਂ ਸੁਭੱਦਰ ਕਿਸਮ ਦੇ ਬੰਦੇ ਦੇਖਣਾ ਚਾਹੁੰਦੇ ਆ, ਠੀਕ ਜੀ ਪੱਗ ਬੰਨ੍ਹਣਾ ਚਾਹੁੰਦੇ ਆ। ਪਰ ਇੱਕ ਪਾਸੇ ਸਾਡੇ ਕੋਲ ਇਹ ਢਾਂਚਾ ਆ ਗਿਆ ਕਿ ਤੁਸੀਂ ਵਾਲ ਕਿਸੇ ਨੇ ਖੜੇ ਕੀਤੇ ਹੋਏ ਨੇ, ਕਿਸੇ ਨੇ ਕਿਤੋਂ ਵਿਚਾਲਿਓਂ ਇੱਕ ਚੀਰਾ ਮਾਰਿਆ ਹੋਇਆ ਵਾਲਾਂ ਦਾ ਬਲੇਡ ਨਾਲ, ਹੈਨਾ। ਯਾਨੀ ਇਹ ਸਾਰੀਆਂ ਚੀਜ਼ਾਂ ਵੀ ਆਪਣੇ ਆਪ ਦੇ ਵਿੱਚ ਬੜੀਆਂ ਰਿਫਲੈਕਟਿਵ ਨੇ, ਹੈਨਾ, ਕਿ ਤੁਸੀਂ ਕਿਸੇ ਨੇ ਸਾਰੇ ਜਿਹੜੇ ਹੈਗੇ ਵਾਲ ਇੱਥੋਂ ਬਾਕੀ ਦੇ ਕੱਟੇ ਹੋਏ ਨੇ, ਇੱਥੇ ਵਾਲ ਨਜ਼ਰ ਆਉਂਦੇ ਨੇ, ਹੈਨਾ। ਕਿਸੇ ਦੇ ਇੱਥੇ ਵਾਲ ਹੈਗੇ ਨੇ ਤੇ ਇੱਥੋਂ ਪੂਰੇ ਦਾ ਪੂਰਾ ਜਿਹੜਾ ਹੈਗਾ ਉਹ ਉਸ ਤਰ੍ਹਾਂ ਫੇਰਿਆ ਹੋਇਆ, ਹੈਨਾ। ਕਿਸੇ ਦੇ ਇੱਥੇ ਕਿ ਵਾਲ ਨੇ ਬਸ ਕੱਲੇ ਇੱਥੇ ਕੀ ਨੇ, ਹੈਨਾ। ਕਿਸੇ ਨੇ ਇੱਥੇ ਖੜੇ ਕੀਤੇ ਹੋਏ ਨੇ, ਹੈਨਾ। ਤਾਂ ਇਹ ਸਾਰਾ ਜਿਹੜਾ ਤੌਰ ਤਰੀਕਾ ਹੈਗਾ ਸਾਡੇ ਜਿਹੜੇ ਪੁਰਾਣੇ ਰੱਖ ਰਖਾਓ ਦੇ ਤਰੀਕੇ ਸੀਗੇ, ਉਹਨਾਂ ਤੌਰ ਤਰੀਕਿਆਂ ਤੋਂ ਇਹ ਬਿਲਕੁਲ ਹੀ ਵੱਖਰੇ ਨੇ ਤੇ ਇਹ ਕਿਸੇ ਪੈਟਰਨ 'ਚ ਨਹੀਂ ਉਵੇਂ ਹੈਗੇ, ਹੈਨਾ। ਜਾਂ ਇਹਨਾਂ ਦਾ ਪੈਟਰਨ ਲੱਭਣਾ ਪਊਗਾ ਵੀ ਕਿਹੜਾ ਪੈਟਰਨ ਆ। ਅੱਗੇ ਬੜਾ ਸਾਫ਼ ਕਲੀਅਰ ਜਿਹਾ ਹੁੰਦਾ ਸੀਗਾ ਵੀ ਇੱਥੇ ਇੱਕ ਚੀਰ ਹੋਊਗਾ ਜੀ ਜਾਂ ਐਂ ਵਾਲ ਹੋਣਗੇ, ਹਨਾ। 2-3 ਤਰੀਕੇ ਨਹੀਂ ਲੈ ਦੇ ਕੇ ਵਾਲਾਂ ਦੇ ਵਾਹੁਣ ਦੇ, ਬਾਹਲੇ ਤਰੀਕੇ ਹੈ ਨਹੀਂ ਸੀਗੇ। ਹੁਣ ਪਤਾ ਨਹੀਂ ਕਿੰਨੇ ਤਰੀਕੇ ਨੇ, ਇਹਨਾਂ ਦੇ ਹਰ ਬੰਦੇ ਦਾ ਆਪਣਾ ਤਰੀਕਾ ਹੈ। ਤੇ ਇਹ ਵੀ ਆਪਣੇ ਆਪ 'ਚ ਰਿਫਲੈਕਸ਼ਨ ਹੈ, ਵੈਸੇ ਜਿਹੜੀ ਵੈਰਾਈਟੀ ਦੀ ਰਿਫਲੈਕਸ਼ਨ ਹੈ ਕਿ ਜਿਹੜੀ ਸਾਡੀ ਜਦੋਂ ਮੰਡੀ ਦੇ ਵਿੱਚ ਵੈਰਾਈਟੀ ਆਉਂਦੀ ਹੈ ਨਾ, ਇਹ ਵੱਖਰਾ ਦੇਖਣਾ ਕੀ ਕਹਿੰਦੇ ਨੇ, ਵੱਖਰਾ ਇਹ ਤਾਂ ਵਿਕਦਾ ਹੈ, ਹਨਾ। ਤਾਂ ਉਸ ਰੂਪ ਦੇ ਵਿੱਚ ਆਪਾਂ ਦੇਖ ਸਕਦੇ। ਹਾਂਜੀ ਸਰ, ਜਿਵੇਂ ਕੁੜੀਆਂ ਵਾਲ ਹਾਈਲਾਈਟ ਕਰਵਾ ਰਹੀਆਂ ਅੱਜ ਕੱਲ, ਜਾਂ ਰਿਬੌਂਡਿੰਗ ਦਾ ਬਹੁਤ ਚੱਲਿਆ ਹੋਇਆ ਸਰ। ਹਾਂ, ਤੇ ਮੈਂ ਤਾਂ ਇਹ ਵੀ ਪਤਾ ਲੱਗਿਆ ਵੀ ਜਦੋਂ ਹੀ ਫੈਲੋਸ਼ਿਪ ਕਿਸੇ ਦਾ ਪਾਸ ਹੋ ਜਾਂਦਾ ਸਭ ਤੋਂ ਪਹਿਲਾ ਕੰਮ ਰਿਬਾਉਂਡਿੰਗ ਦਾ ਹੀ ਹੁੰਦਾ। ਤੇ ਆਪਾਂ ਪਵਨ ਦੇ ਵੀ ਕਰਾਉਣੇ ਨੇ, ਜਦੋਂ ਪਵਨ ਦਾ ਫੈਲੋਸ਼ਿਪ ਪਾਸ ਹੋ ਗਿਆ ਸਭ ਤੋਂ ਪਹਿਲਾਂ ਇਹੀ ਕੰਮ ਕਰਾਉਣਾ ਵੀ
ਸਰ ਤਾਂ ਚਲੋ ਵਿਸ਼ਵੀਕਰਨ ਤੇ ਨਾ ਪਪੂਲਰ ਮੀਡੀਆ ਨੇ ਸਾਡੇ 'ਚ ਜਿਹੜਾ ਸਬਰ ਆ ਉਹ ਵੀ ਰੋਕਤਾ, ਤਾਂ ਮਤਲਬ ਪਵਨ ਨੂੰ ਨਾ ਫੈਲੋਸ਼ਿਪ ਤੱਕ ਜਾਣ ਦੀ ਲੋੜ ਨਹੀਂ ਹੈਗੀ। ਮੈਨੂੰ ਚਲੋ ਮੈਨੂੰ ਤਾਂ ਭਗਵਾਨ ਵੈਸੇ ਨਹੀਂ ਹੈਗੀ ਜੀ। ਜਦੋਂ ਕੁੜੀਆਂ ਇਹ ਕੰਮ ਕਰਦੀਆਂ ਨੇ ਨਾ, ਜਦੋਂ ਕੁੜੀਆਂ ਸੱਜਦੀਆਂ ਫੱਬਦੀਆਂ ਨੇ, ਤਾਂ ਮੈਨੂੰ ਲੱਗਦਾ ਵੀ ਇਹ ਤਾਂ ਹੋਣਾ ਹੀ ਚਾਹੀਦਾ। ਮਤਲਬ ਇਹ ਤਾਂ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਸਾਡੇ ਸਾਡੇ ਵਰਗੀ ਕਲੋਜ਼ ਸੁਸਾਇਟੀ ਦੇ ਵਿੱਚ ਹੁਣ ਕੁੜੀਆਂ ਦੇਖੋ, ਸਾਡੇ ਕੀ ਸੀ ਸਿਸਟਮ, ਆਪਾਂ ਥੋੜਾ ਚਲੋ ਜੇ ਇਹਨੂੰ ਛੇੜ ਲਿਆ। ਸਾਡੇ ਸਿਸਟਮ ਇਹ ਸੀਗਾ ਵੀ ਕੁੜੀਆਂ ਨੇ ਤਾਂ ਵਿਆਹ ਤੇ ਸੱਜਣਾ ਬਸ, ਹੈਨਾ। ਉਦੋਂ ਪਹਿਲਾਂ ਸੱਜਣ ਫੱਬਣ ਦਾ ਹੈ ਨਹੀਂਗਾ, ਤੇ ਨਾ ਉਹਨਾਂ ਕੋਲ ਆਪਣੇ ਸਰੋਤ ਹੁੰਦੇ ਸੀਗੇ ਜੋ ਸੱਜ ਫੱਬ ਸਕਣ, ਹੈਨਾ। ਤਾਂ ਕਿਉਂ ਨਾ ਸੱਜਣ ਫੱਬਣ ਬਈ, ਜੇ ਜੇ ਉਹਨਾਂ ਨੂੰ ਮਤਲਬ ਮੈਨੂੰ ਲੱਗਦਾ ਵੀ ਇਹ ਵੀ ਅਸਰਸ਼ਨ ਹੈਗੀ ਹੈ ਇਸ ਗੱਲ ਦੀ, ਹੈਨਾ, ਕਿ ਜੇ ਕੁੜੀਆਂ ਇਸ ਅਸਰਸ਼ਨ ਦੇ ਰਸਤੇ ਉੱਪਰ ਜਾਂਦੀਆਂ ਨੇ ਤਾਂ ਮੁੱਢਲੇ ਤੌਰ ਤੇ ਮੈਨੂੰ ਕਦੇ ਕਦੇ ਲੱਗਦਾ ਸੀਗਾ ਵੀ ਯਾਰ ਇਹ ਫਜ਼ੂਲ ਖਰਚੀ ਕਰਨ ਦੇ ਵਿੱਚ ਤਾਂ ਇੱਕ ਆਪਣਾ ਆਨੰਦ ਤੇ ਇੱਕ ਅਸਰਸ਼ਨ ਹੁੰਦੀ ਆ ਨਾ, ਕਿ ਤੁਸੀਂ ਕਰ ਸਕਦੇ ਹੋ, ਹੈਨਾ। ਤਾਂ ਮੈਂ ਇਹਨੂੰ ਇਸ ਰੂਪ ਦੇ ਵਿੱਚ ਵੀ ਲੈਣਾ। ਤਾਂ ਜਿਹੜੀ ਜਿਹੜੀ ਚੀਜ਼ ਅਸਲ 'ਚ ਕੰਪਲੈਕਸ ਹੋਈ ਹੋਈ ਹੈ, ਉਹ ਇਹ ਹੋਈ ਹੋਈ ਹੈ, ਜਿਸ ਨੂੰ ਮੈਂ ਪਹਿਲਾਂ ਵੀ ਕਹਿਣਾ ਹੁੰਦਾ ਕਿ ਕੀ ਕਾਰਨ ਨੇ ਕਿ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ, ਹੈਨਾ। ਜੇ ਸਾਡਾ ਜਿਹਨੂੰ ਅਸੀਂ ਕਹਿੰਦੇ ਪਪੂਲਰ ਕਲਚਰ, ਜੇ ਅੱਜ ਦੀ ਡੇਟ ਦੇ ਵਿੱਚ ਪਪੂਲਰ ਕਲਚਰ ਦੇ ਵਿੱਚ ਜੇ ਆਪਾਂ ਚੀਜ਼ਾਂ ਰੱਖਣੀਆਂ ਹੋਣ, ਤਾਂ ਉਹਦੇ 'ਚ ਫੈਸ਼ਨ ਦੇ ਤੌਰ ਤਰੀਕੇ ਵੀ ਨੇ, ਉਹ 'ਚ ਕੱਪੜੇ ਲੀੜੇ ਪਾਉਣ ਦੇ ਢੰਗ ਵੀ ਨੇ, ਉਹਦੇ 'ਚ ਸਾਡਾ ਸਭ ਤੋਂ ਜ਼ਿਆਦਾ ਵੱਡਾ ਹਿੱਸਾ ਗੀਤ ਸੰਗੀਤ ਤੇ ਉਹਦੇ ਰਾਹੀਂ ਪ੍ਰਗਟ ਹੋ ਰਹੀਆਂ ਕਦਰਾਂ ਕੀਮਤਾਂ ਵੀ ਨੇ, ਹੈਨਾ। ਕਿ ਉਹ ਸਾਰਾ ਕੁਝ ਕੀ ਹੋ ਰਿਹਾ, ਮਤਲਬ ਵੀ ਮੈਂ ਇਸ ਨੂੰ ਉਵੇਂ ਨੈਤਿਕਤਾਵਾਦੀ ਦ੍ਰਿਸ਼ਟੀਕੋਣ ਤੋਂ ਲੈਣ ਦੀ ਬਜਾਏ ਇਹਨੂੰ ਪਪੂਲਰ ਕਲਚਰ ਦੀਆਂ ਸਿਰਜਣਾਵਾਂ ਦੇ ਰੂਪ ਦੇ ਵਿੱਚ ਲੈਣ ਦੀ ਤਜਵੀਜ਼ ਦਿੰਦਾ ਹੁੰਦਾ। ਤੇ ਜਦੋਂ ਕਿਸੇ ਬਸ਼ਿੰਦੇ ਦਾ ਹੱਥ ਸਮਾਜ ਨੇ ਅਤੇ ਉਸ ਸਮਾਜ ਦੀ ਰਾਜਨੀਤਿਕ ਪ੍ਰਤੀਨਿਧਤਾ ਕਰਨ ਵਾਲੀ ਸਟੇਟ ਨੇ ਛੱਡ ਦਿੱਤਾ ਹੋਵੇ, ਤਾਂ ਉਸ ਬੰਦੇ ਦੇ ਹੁੰਗਾਰੇ ਕਿਸ ਕਿਸਮ ਦੇ ਹੋਣਗੇ, ਇਹ ਆਪਣੇ ਆਪ ਦੇ ਵਿੱਚ ਵਿਸ਼ਲੇਸ਼ਣ ਦਾ ਮੁੱਦਾ ਹੈ। ਮੈਂ ਕਹਿਣਾ ਹੁੰਦਾ ਕਿ ਸਾਡਾ ਜਿਹੜਾ ਸਮਾਂ ਸੀ ਨਾ, ਜਿਹਦੇ ਵਿੱਚ ਅਸੀਂ ਪਲੇ ਵੱਡੇ ਹੋਏ, ਸਮਝ ਲਓ ਕਹਿੰਦੇ ਹੁੰਦੇ ਨੇ ਕਿ 40 ਕੁ ਸਾਲ ਤੱਕ ਦੀ ਉਮਰ ਜਾਂ 30 ਕੁ ਸਾਲ ਤੱਕ ਦੀ ਉਮਰ ਮੰਨ ਲਓ, ਕਿ ਜਿਹੜੇ ਬੰਦੇ ਨੇ ਇੱਕ ਤਰ੍ਹਾਂ ਨਾਲ ਵੱਡੇ ਹੋਣਾ ਹੁੰਦਾ ਹੈ ਨਾ, ਉਹਦੇ ਖਿਆਲ ਬਣਦੇ ਨੇ, ਉਹਦੇ ਐਕਸਪੀਰੀਅੰਸਿਸ, ਉਹਦੀਆਂ ਧਾਰਨਾਵਾਂ ਬਣਦੀਆਂ ਨੇ। 1990 ਤੱਕ, 1990 ਦੇ ਵਿੱਚ ਮੈਂ 33 ਸਾਲ ਦਾ ਸੀਗਾ, ਹੈ ਨਾ। ਤਾਂ ਜ਼ਾਹਿਰ ਹੈ ਕਿ ਮੈਂ ਉਦੋਂ ਤੱਕ ਬਣ ਚੁੱਕਿਆ 1990 ਤੱਕ। 1990 ਤੋਂ ਪਹਿਲਾਂ ਦਾ ਜਿਹੜਾ ਸਮਾਂ ਹੈਗਾ, ਉਹਦੇ 'ਚ ਸਟੇਟ ਨੇ ਸਾਨੂੰ ਕਦੇ ਅਨਿਸ਼ਚਿਤਤਾ, ਬਹੁਤ ਜ਼ਿਆਦਾ ਪੜ੍ਹੇ ਲਿਖੇ ਬੰਦੇ ਨੂੰ ਅਨਿਸ਼ਚਿਤਤਾ ਮਹਿਸੂਸ ਨਹੀਂ ਹੋਣ ਦਿੱਤੀ। ਮੈਂ 1988 ਚ ਨੌਕਰੀ 'ਚ ਆਇਆ ਸੀ ਤੇ 91 ਦੇ ਵਿੱਚ ਮੈਨੂੰ ਟਰਮੀਨੇਟ ਕਰਤਾ ਗਿਆ ਸੀ, ਤੇ ਮੈਨੂੰ ਕੋਈ ਡਰ ਨਹੀਂ ਸੀ ਲੱਗਿਆ ਕਿ ਮੈਂ ਰੁਲ ਜੂੰਗਾ ਜ਼ਿੰਦਗੀ 'ਚ। ਲੋਕਾਂ ਨੂੰ ਤਾਂ ਭਾਵੇਂ ਕਿਤੇ ਨੇੜੇ ਤੇੜੇ ਲੱਗਦਾ ਸੀਗਾ ਵੀ ਇਹ ਕੱਢਤਾ ਨੌਕਰੀ ਤੋਂ, ਮਿਲ ਗਈ ਸੀਗੀ ਪੱਕੀ ਨੌਕਰੀ, ਪਰ ਮੈਨੂੰ ਨਹੀਂ ਕਦੇ ਐ ਖੌਫ ਆਇਆ ਸੀਗਾ ਕਿ ਮੈਂ ਰੁਲ ਜੂੰਗਾ। ਇਹਦਾ ਮਤਲਬ ਮੇਰੀ ਜਿਹੜੀ ਆਸਥਾ ਸੀ ਨਾ, ਜਿਹੜਾ ਪੁਰਾਣਾ ਸਿਸਟਮ ਚੱਲ ਰਿਹਾ ਸੀਗਾ, ਉਸ ਸਿਸਟਮ ਨੇ ਮੈਨੂੰ ਇੱਕ ਸਵੈ ਵਿਸ਼ਵਾਸ ਦਿੱਤਾ ਹੋਇਆ ਸੀ ਕਿ ਮੈਂ ਇਸ ਕਿਸਮ ਦੇ ਐਡਵੈਂਚਰ ਕਰ ਸਕਦਾ ਸੀ। ਠੀਕ ਹੈ। ਤਾਂ ਜਿਹੜਾ ਸਾਡਾ ਪੁਰਾਣਾ ਸਿਸਟਮ ਸੀ, ਉਹ ਤੁਹਾਨੂੰ ਇੱਕ ਹੱਦ ਤੱਕ ਇਸ ਗੱਲ ਦਾ ਸਵੈ ਵਿਸ਼ਵਾਸ ਦਿੰਦਾ ਸੀ ਕਿ ਜੇ ਤੁਸੀਂ ਮਿਹਨਤ ਕਰੋਗੇ, ਹੈ ਨਾ, ਜੇ ਤੁਸੀਂ ਪੂਰੀ ਤਰ੍ਹਾਂ ਨਾਲ ਆਪਣੇ ਆਪੇ ਨੂੰ, ਆਪਣੀ ਸ਼ਖਸੀਅਤ ਨੂੰ ਕਿਸੇ ਕੰਮ 'ਚ ਲਾਓਗੇ, ਤਾਂ ਉਸ ਦੇ ਨਤੀਜੇ ਚੰਗੇ ਹੀ ਨਿਕਲਣਗੇ। ਤੇ ਉਹ ਨਿਕਲਦੇ ਸੀ, ਹੈ ਨਾ। ਇੱਕ ਹੱਦ ਤੱਕ ਅਸੀਂ ਐਡਵੈਂਚਰ ਵੀ ਕਰਦੇ ਸੀ। ਮੈਂ ਤੁਹਾਨੂੰ, ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਕਿ ਜਿਹੜਾ ਇਹ ਪਿਆਰ ਵਿਆਹ ਵਾਲਾ ਮਸਲਾ ਹੈਗਾ, ਲੋਕ ਆਪਣਾ ਸਾਰਾ ਕੁਝ ਛੱਡਣ ਲਈ ਨੌਜਵਾਨ ਤਿਆਰ ਹੋ ਜਾਂਦੇ ਸੀ ਕਿ ਅਸੀਂ ਸਾਰਾ ਕੁਝ ਹੀ ਕੁਰਬਾਨ ਕਰਨ ਨੂੰ ਤਿਆਰ ਹਾਂ। ਪਰੰਤੂ ਹੁਣ ਦੀ ਅਵਸਥਾ ਦੇ ਵਿੱਚ ਮੈਂ ਤੁਹਾਨੂੰ ਕਿਹਾ ਕਿ ਜਦੋਂ ਸਮਾਜ ਨੇ ਤੇ ਰਾਜ ਨੇ ਦੋਵਾਂ ਨੇ ਹੀ ਬੰਦੇ ਦਾ ਹੱਥ ਛੱਡਤਾ ਅਤੇ ਉਸ ਨੂੰ ਆਪਣੀ ਹੋਣੀ ਨੂੰ ਖੁਦ ਭੁਗਤਣ ਤੇ ਸਿਰਜਣ ਲਈ ਉਸ ਨੂੰ ਇਕੱਲਾ ਕਰਤਾ, ਤਾਂ ਉਸ ਸੂਰਤ ਦੇ ਵਿੱਚ ਜਿਹੜੀ ਉਹਦੀ ਸਾਰੀ ਫਰਸਟ੍ਰੇਸ਼ਨ ਹੈਗੀ ਆ, ਹਨਾ, ਉਹਦੇ ਪ੍ਰਗਟਾ ਦੇ ਤਰੀਕੇ ਹੋਰ ਹੋਣਗੇ। ਉਹਦੇ ਵਿੱਚ ਈਵਨ ਇਹ ਵੀ ਇੱਕ ਮੇਰੀ ਧਾਰਨਾ ਹੈਗੀ ਆ ਕਿ ਜਿਹੜੀਆਂ ਨੈਤਿਕ ਤੌਰ ਤੇ ਉੱਚੇ ਮੁੱਲਾਂ ਦੀ ਸਥਾਪਨਾ ਤੇ ਸਿਰਜਣਾ ਉਦੋਂ ਹੁੰਦੀ ਹੈ ਜਦੋਂ ਰਾਜ, ਸਮਾਜ ਤੇ ਵਿਅਕਤੀ ਦੇ ਵਿੱਚ
ਮੁਕਾਬਲਤਨ ਸੰਤੁਲਨ ਹੋਣ ਦੇ ਵਿੱਚ ਹੁੰਦੇ। ਮੁਕੰਮਲ ਸੰਤੁਲਨ ਤਾਂ ਕਦੇ ਵੀ ਨਹੀਂ ਹੋਣ, ਹੈ ਨਾ। ਰਾਜ, ਸਮਾਜ ਤੇ ਵਿਅਕਤੀ ਵੀ ਥੋੜਾ ਜਿਹਾ ਆਪਸ ਚ ਇੱਕ ਤਰ੍ਹਾਂ ਨਾਲ ਮੇਲ ਮਿਲਾਪ ਜਾਂ ਨੇੜਤਾ ਹੁੰਦੀ ਹੈ ਨਾ ਚੀਜ਼ਾਂ ਦੀ। ਜਦੋਂ ਇਹੋ ਜਿਹੀਆਂ ਅਵਸਥਾਵਾਂ ਹੁੰਦੀਆਂ ਨੇ ਤਾਂ ਹਾਇਰ ਵੈਲਿਊਜ਼ ਹੋਣ ਦੇ ਵਿੱਚ ਆਉਂਦੀਆਂ ਨੇ, ਉਚੇਰੀਆਂ ਕਦਰਾਂ ਕੀਮਤਾਂ, ਨੈਤਿਕਤਾਵਾਂ ਹੋਣ ਚ ਆਉਂਦੀਆਂ ਨੇ। ਦੇਸ਼ ਵਾਸਤੇ ਮਰ ਮਿਟਣਾ, ਮੈਨੂੰ ਯਾਦ ਆ ਅਸੀਂ ਛੋਟੇ ਹੁੰਦੇ ਫੌਜੀਆਂ ਨੂੰ ਸਲੂਟ ਕਰਦੇ ਨਹੀਂ ਥੱਕਦੇ ਸੀਗੇ। ਜਦੋਂ ਕਿਤੇ ਰੋਡ ਦੇ ਉੱਪਰ ਦੀ ਫੌਜੀਆਂ ਦੀ ਕੌਨਵਾਈ ਲੰਘ ਰਹੀ ਹੁੰਦੀ ਤਾਂ ਅਸੀਂ ਸਾਰੇ ਕੰਮ ਛੱਡ ਕੇ ਉੱਥੇ ਖੜੇ ਹੋ ਜਾਂਦੇ। ਸਕੂਲ ਜਾਣਾ ਛੱਡ ਕੇ, ਜੇ ਸਕੂਲ ਜਾ ਰਹੇ ਹਾਂ ਜਾਂ ਸਕੂਲ ਤੋਂ ਵਾਪਸ ਆ ਰਹੇ ਹਾਂ, ਘਰ ਜਾਣਾ ਛੱਡ ਕੇ ਉੱਥੇ ਖੜ ਜਾਂਦੇ ਤੇ ਇਕੱਲੇ ਮਤਲਬ ਲੰਘ ਰਹੇ ਟਰੱਕ ਨੂੰ ਸਲੂਟ ਕਰਦੇ। ਤੇ ਇਹ ਇੱਕ ਖਾਸ ਤਰ੍ਹਾਂ ਦੀ ਜਿਹੜੀ ਖਾਸ ਨੈਤਿਕ ਜਿਹੜਾ ਬਲ ਹੈ ਉਸ ਦੀ ਸਿਰਜਣਾ ਉਸ ਪੀਰੀਅਡ ਦੇ ਵਿੱਚ ਹੋ ਰਹੀ ਸੀ। ਸਟੇਟ ਦਾ ਲੋਕਾਂ ਦੇ ਨਾਲ ਇੱਕ ਤਰ੍ਹਾਂ ਦਾ ਜਿਹੜਾ ਲਗਾਓ ਹੈ ਉਹ ਬੜੇ ਠੋਸ ਰੂਪ ਦੇ ਵਿੱਚ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਉਤਰਦਾ ਹੋਇਆ ਨਜ਼ਰ ਆਉਂਦਾ ਸੀ। ਪਰ ਹੁਣ ਦੀ ਅਵਸਥਾ ਦੇ ਵਿੱਚ ਜਦੋਂ ਬੰਦਾ ਜੋ ਮਰਜ਼ੀ ਮਿਹਨਤ ਕਰੀ ਚੱਲੇ, ਹੈ ਨਾ, ਜਦੋਂ ਸਟੇਟ ਨੇ ਤੇ ਰਾਜ ਨੇ ਤੇ ਸਮਾਜ ਨੇ, ਹੈ ਨਾ, ਤੁਹਾਡਾ ਹੱਥ ਛੱਡਦਾ, ਤੁਸੀਂ ਆਪਣੇ ਆਪ ਦੇ ਵਿੱਚ ਇਕੱਲੇ ਹੋ, ਆਪਣੀ ਸਟਰਗਲ ਤੁਸੀਂ ਇਕੱਲਿਆਂ ਨੇ ਕਰਨੀ ਆ, ਤਾਂ ਉਸ ਦੇ ਵਿੱਚ ਉਹਨਾਂ ਨੈਤਿਕਤਾਵਾਂ ਨੂੰ ਫਿਰ ਰੱਖਿਆ ਨਹੀਂ ਜਾ ਸਕਦਾ ਨਾਲ, ਹੈ ਨਾ। ਮੈਂ ਕਹਿਣਾ ਹੁੰਦਾ ਕਿ ਜਦੋਂ ਭਾਰਤੀ ਰਾਜ ਨੇ ਲੋਕਾਂ ਤੋਂ ਜਿਹੜੀਆਂ ਸੁਰੱਖਿਅਤਾਵਾਂ ਵਾਪਸ ਲਈਆਂ, ਹੈ ਨਾ। ਹੁਣ ਜਿਹੜੀ ਆ ਕਿਸਾਨ ਅੰਦੋਲਨ ਵੀ ਚੱਲ ਰਿਹਾ, ਇਹਦੇ ਵੀ ਸੁਰੱਖਿਅਤ ਹੈ ਨਾ। MSP ਇਜ਼ ਅ ਸਿਕਿਉਰਿਟੀ, ਹੈ ਨਾ। ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਇੱਕ ਸਿਕਿਉਰਿਟੀ ਆ ਕਿ ਤੁਹਾਡੀ ਭਾਈ ਉਪਜ ਅਸੀਂ ਇੰਨੇ ਮੁੱਲ ਤੇ ਚੱਕਣੀ ਹੀ ਚੱਕਣੀ ਹੈ, ਤੁਹਾਨੂੰ ਇਸ ਗੱਲ ਦੀ ਫਿਕਰਮੰਦੀ ਦੀ ਜ਼ਰੂਰਤ ਨਹੀਂ ਹੈਗੀ। ਇਸੇ ਤਰੀਕੇ ਨਾਲ ਸਬਸਿਡੀਆਂ ਨੇ, ਇਸੇ ਤਰੀਕੇ ਨਾਲ ਸਰਕਾਰੀ ਨੌਕਰੀਆਂ ਤੇ ਉਹਦੇ ਵਿੱਚ ਰਾਖਵਾਂ ਕਰਨਾ ਇੱਕ ਸੁਰੱਖਿਅਤਾ ਹੈ ਨਾ, ਕਿ ਤੁਹਾਨੂੰ ਅਲੱਗ-ਅਲੱਗ ਤਰੀਕਿਆਂ ਨਾਲ ਲੋਕਾਂ ਨੂੰ, ਅਲੱਗ-ਅਲੱਗ ਵਰਗਾਂ ਨੂੰ ਵੀ ਇੱਕ ਖਾਸ ਤਰ੍ਹਾਂ ਦੀ ਸਿਲੈਕਟਿਵ ਸੁਰੱਖਿਅਤਾ, ਸਿਲੈਕਟਿਵ ਸਿਕਿਉਰਿਟੀ ਦਿੱਤੀ ਹੋਈ ਹੈ। ਤਾਂ ਜਦੋਂ ਇਹ ਚੀਜ਼ਾਂ ਹੀ ਨਿਬੜ ਗਈਆਂ, ਖਤਮ ਹੋ ਗਈਆਂ, ਜਦੋਂ ਸੁਰੱਖਿਅਤਾ ਦੇ ਵੱਲੋਂ ਹੱਥ ਖਿੱਚ ਲਿਆ, ਹੈ ਨਾ, ਤਾਂ ਇਹ ਇੱਕ, ਮੈਂ ਕਹਿੰਦਾ ਨਾ, ਇੱਕ ਪੈਕੇਜ ਹੈ। ਸਰਕਾਰ ਦੁਆਰਾ ਦਿੱਤੀਆਂ ਗਈਆਂ ਸੁਰੱਖਿਅਤਾਵਾਂ ਅਤੇ ਲੋਕਾਂ ਦੁਆਰਾ ਉਹਨਾਂ ਸੁਰੱਖਿਅਤਾਵਾਂ ਨੂੰ ਸਮਝਦੇ ਹੋਏ, ਗ੍ਰਹਿਣ ਕਰਦੇ ਹੋਏ, ਆਤਮਸਾਤ ਕਰਦੇ ਹੋਏ ਬਣਾਇਆ ਹੋਇਆ ਨੈਤਿਕਤਾ ਦਾ ਢਾਂਚਾ, ਉਚੇਰੇ ਨੈਤਿਕ ਮੁੱਲ। ਤਾਂ ਫਿਰ ਮੈਂ ਕਹਿਣਾ ਹੁੰਦਾ ਕਿ ਜਦੋਂ ਲੋਕਾਂ ਨੇ ਕਿਹਾ ਵੀ ਆਹ ਸੁਰੱਖਿਅਤਾ ਅਸੀਂ ਵਾਪਸ ਲੈ ਲਈ, ਤਾਂ ਲੋਕਾਂ ਨੇ ਕਿਹਾ ਕਿ ਆਹ ਆਪਣੀ ਨੈਤਿਕਤਾ ਵੀ ਨਾਲ ਹੀ ਲੈ ਕੇ ਜਾਓ, ਡੱਬਾ ਜਿਹੜਾ ਨੈਤਿਕਤਾ ਦਾ ਸਾਨੂੰ ਫੜਾਇਆ ਹੋਇਆ ਇਹ ਵੀ ਨਾਲ ਵਾਪਸ ਲੈ ਲਓ, ਸਾਨੂੰ ਇਸ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਸਾਨੂੰ ਫਿਰ ਤੁਹਾਡੇ ਵਾਲੀ ਦੇਸ਼ ਭਗਤੀ ਦੀ ਵੀ ਜ਼ਰੂਰਤ ਨਹੀਂ ਹੈਗੀ। ਜੇ ਤੁਸੀਂ ਦੇਸ਼ ਨੇ ਸੁਰੱਖਿਅਤਾ ਵਾਪਸ ਲੈ ਲਈ, ਦੇਸ਼ ਨੇ ਨਾਗਰਿਕ ਨੂੰ ਦੱਸਦਾ ਕਿ ਤੂੰ ਮੇਰਾ ਲੱਗਦਾ ਕੁਝ ਨਹੀਂ, ਤਾਂ ਫਿਰ ਨਾਗਰਿਕ ਵੀ ਆਪਣੇ ਤਰੀਕੇ ਨਾਲ ਦੇਸ਼ ਨੂੰ ਦੱਸ ਦਿੰਦਾ ਕਿ ਤੂੰ ਵੀ ਮੇਰਾ ਕੁਝ ਨਹੀਂ ਲੱਗਦਾ। ਠੀਕ ਹੈ, ਜਿਹੜਾ ਇਹ ਸਾਡੀਆਂ ਹੁਣ ਦੀਆਂ ਫੂਹੜ ਕਿਸਮ ਦੀਆਂ ਪਾਪੂਲਰ ਰਚਨਾਵਾਂ ਨੇ, ਉਹਨਾਂ ਦਾ ਲੌਜਿਕ ਇਸ ਡਿਟੈਚਮੈਂਟ ਦੇ ਵਿੱਚ ਪਿਆ। ਜਿਹੜਾ ਡਿਟੈਚਮੈਂਟ ਹੈ ਨਾ ਸੋਸਾਇਟੀ ਤੇ ਸਟੇਟ ਦੇ ਨਾਲ, ਇਹ ਡਿਟੈਚਮੈਂਟ ਹੈ, ਜਿਹੜਾ ਅਲਗਾਓ ਹੈ, ਜਿਹੜਾ ਸੋਸਾਇਟੀ ਤੇ ਸਟੇਟ ਤੋਂ ਵਿਅਕਤੀ ਦਾ ਬਿਲਕੁਲ ਹੀ ਅਲੱਗ-ਥਲੱਗ ਅਤੇ ਅਸੁਰੱਖਿਅਤ ਹੋ ਜਾਣਾ, ਹੈ ਨਾ, ਇਸ ਗੱਲ ਦੇ ਵਿੱਚ ਸਾਡੀਆਂ ਸਾਰੀਆਂ ਸਿਰਜਣਾਵਾਂ ਦਾ ਲੌਜਿਕ ਪਿਆ। ਠੀਕ ਹੈ, ਕਿ ਉਹਨਾਂ ਨੂੰ ਲੱਗਦਾ ਹੀ ਨਹੀਂ ਹੈਗਾ, ਉਹਨਾਂ ਨੂੰ ਲੱਗਦਾ ਚੀਜ਼ ਵਿਕਦੀ ਹੈ ਨਾ। ਸਿੰਗਰ ਇਹੀ ਕਹਿੰਦੇ ਨੇ ਨਾ ਕਿ ਅਸੀਂ ਤਾਂ ਗਾਉਣੇ ਆ, ਖਰੀਦਦੇ ਤਾਂ ਤੁਸੀਂ ਹੋ। ਉਹ ਕਹਿੰਦੇ ਤੁਸੀਂ ਧਿਆਨ ਰੱਖੋ, ਤੁਸੀਂ ਨਾ ਸਾਡੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਦੇ ਉੱਪਰ ਅਸਰ ਕਰਿਆ ਕਰੋ। ਜੇ ਅਸੀਂ ਹਥਿਆਰਾਂ ਦੀ ਗੱਲ ਕਰਦੇ ਹਾਂ, ਕਹਿੰਦਾ ਯਾਨੀ ਸਾਡੇ ਇਹਦਾ ਮਤਲਬ ਕਲਾਕਾਰਾਂ ਦੇ ਮਨ ਦੇ ਵਿੱਚ ਕਲਾ ਨਾਲ ਜੁੜੀ ਹੋਈ ਜਿਹੜੀ ਜ਼ਿੰਮੇਵਾਰੀ ਦੀ ਭਾਵਨਾ ਹੈਗੀ ਆ, ਉਹਦਾ ਅਹਿਸਾਸ ਵੀ ਨੇੜੇ ਤੇੜੇ ਨਹੀਂ ਹੈਗਾ। ਉਹਨਾਂ ਨੂੰ ਇੱਕੋ ਚੀਜ਼ ਖਿੱਚਦੀ ਆ, ਉਹ ਹੈਗੀ ਆ ਕਿ ਕੀ ਕੋਈ ਚੀਜ਼ ਵਿਕਦੀ ਆ। ਠੀਕ ਹੈ, ਜਿਹੜੀ ਵਿਕਦੀ ਆ ਉਸ ਦੇ ਬਾਰੇ, ਉਹਦੇ ਚੰਗੇ ਮਾੜੇ ਅਸਰਾਂ ਬਾਰੇ ਸੋਚਣਾ ਉਹਨਾਂ ਦਾ ਕੰਮ ਨਹੀਂ ਹੈਗਾ। ਠੀਕ ਹੈ, ਕਲਾਕਾਰ ਕਦੇ ਵੀ ਇੰਨੇ ਗੈਰ ਜ਼ਿੰਮੇਵਾਰ ਮੈਂ ਆਪਣੇ ਜੀਵਨ ਦੇ ਵਿੱਚ ਦੇਖੇ ਨਹੀਂ ਹੈਗੇ। ਨਾ ਕੇਵਲ ਗੈਰ ਜ਼ਿੰਮੇਵਾਰ ਬਲਕਿ ਬੌਧਿਕ ਤੌਰ ਤੋਂ ਇੰਨੇ ਊਣੇ ਕਲਾਕਾਰ ਵੀ ਮੈਂ ਕਦੇ ਜੀਵਨ ਦੇ ਵਿੱਚ ਨਹੀਂ ਦੇਖੇ, ਹੈ ਨਾ, ਜਿਹੜੇ ਕਹਿ ਰਹੇ ਨੇ ਕਿ ਵੀ ਜੇ ਵੀ ਸਾਡੀ ਕਲਾ ਦਾ ਤੁਸੀਂ ਆਹ ਪਹਿਲੂ ਇਹ ਤੇ ਅਸਰ ਨਾ ਕਰੋ। ਹੁਣ ਜਦੋਂ ਕਿਸਾਨ ਅੰਦੋਲਨ ਦੇ ਵਿੱਚ ਆ ਕੇ ਕੁਝ ਸਿੰਗਰਾਂ ਨੇ ਬੋਲਣਾ ਸ਼ੁਰੂ ਕੀਤਾ ਤਾਂ ਉੱਥੇ ਉਹਨਾਂ ਨੇ ਕਿਹਾ ਜਾ ਕੇ ਵੀ ਅਸੀਂ ਤਾਂ ਗਾਉਣੇ ਆ, ਤਾਂ ਤੁਹਾਡਾ ਮਨੋਰੰਜਨ ਕਰਦੇ ਆ ਤੇ ਸਾਡਾ ਕੰਮ ਹੈ ਇਹ, ਪਰ ਤੁਸੀਂ ਸਾਡੀਆਂ ਗੱਲਾਂ 'ਚ ਨਾ ਆਓ, ਸਾਡੇ ਗੀਤ ਸੁਣੋ। ਹਾਂ, ਹੁਣ ਭਾਈ ਜੇ ਐਡਾ ਫਰਕ ਨਹੀਂ ਉਹਨੂੰ ਪਤਾ ਕਲਾਕਾਰ ਨੂੰ, ਤਾਂ ਇਸ ਤੋਂ ਘੱਟ ਅਕਲ ਕਿਸੇ ਨੂੰ ਹੋ ਨਹੀਂ ਸਕਦੀ ਹੈਗੀ ਕਿ ਕਲਾਕਾਰ ਨੂੰ ਵੀ ਜਿਸ ਕਰਕੇ ਤੇਰੀ ਚੀਜ਼ ਸੁਣੀ ਜਾ ਰਹੀ ਹੈ, ਉਹ ਉਹਦੇ ਵਿਚਲੀ ਗੱਲ ਹੀ ਹੈ ਨਾ, ਜਿਸ ਕਰਕੇ ਚੀਜ਼ ਸੁਣੀ ਜਾ ਰਹੀ ਹੈ। ਐਡੇ ਕਿੱਡੇ ਤੁਸੀਂ ਮਤਲਬ ਮੁਹੰਮਦ ਰਫੀ ਹੋ, ਹੈ ਨਾ, ਕਿ ਤੁਹਾਡੀ ਆਵਾਜ਼ ਸੁਣਨ ਵਾਸਤੇ ਜਿਹੜੇ ਹੈਗੇ ਨੇ ਲੋਕ ਤੁਹਾਨੂੰ ਸੁਣ ਰਹੇ ਨੇ, ਹੈ ਨਾ। ਐਡੇ ਕਿਹੜੇ ਤਲਤ ਮਹਿਮੂਦ ਹੋ ਤੁਸੀਂ,
है ना, ਵੀ ਤੁਹਾਡੀ ਜਿਹੜੀ ਆਵਾਜ਼ ਹੈ ਉਹਨੂੰ ਲੋਕਾਂ ਨੂੰ ਇੰਨੀ ਸੋਹਣੀ ਲੱਗਦੀ ਹੈ ਤਾਂ ਸੁਣ ਰਹੇ ਨੇ, ਤੁਹਾਨੂੰ ਸੁਰ ਦਾ ਪਤਾ ਨਹੀਂ, ਸੰਗੀਤ ਦਾ ਪਤਾ ਨਹੀਂ, ਕੋਈ ਸੁਰ ਇੱਧਰ ਨੂੰ ਜਾਂਦਾ ਕੋਈ ਉੱਧਰ ਨੂੰ ਜਾਂਦਾ, ਲੋਕਾਂ ਨੂੰ ਤਾਂ ਉਹਦੇ ਵਿੱਚ ਦੀਆਂ ਗੱਲਾਂ ਹੀ ਖਿੱਚ ਰਹੀਆਂ ਨੇ, ਕਿਹੜੇ ਮਰਜ਼ੀ ਬੇਸੁਰੇ ਤਰੀਕੇ ਨਾਲ ਤੁਸੀਂ ਕਹੀ ਜਾਓ, ਲੋਕਾਂ ਨੂੰ ਉਹ ਖਿੱਚ ਰਹੀਆਂ ਨੇ, ਤੇ ਉਹਨਾਂ ਗੱਲਾਂ ਬਾਰੇ ਤੁਸੀਂ ਕਹਿ ਰਹੇ ਹੋ ਵੀ ਇਹਨਾਂ ਵੱਲ ਧਿਆਨ ਨਾ ਦਿਓ। ਤੇ ਜੇ ਲੋਕਾਂ ਨੂੰ ਅਕਲ ਆ ਜਾਵੇ ਕਿ ਇਹਨਾਂ ਵੱਲ ਧਿਆਨ ਨਹੀਂ ਦੇਣਾ ਹੈਗਾ, ਫਿਰ ਤੁਹਾਨੂੰ ਸੁਣਨਾ ਹੀ ਬੰਦ ਕਰ ਦੇਣਾ, ਫਿਰ ਚੰਗਾ ਮਿਊਜ਼ਿਕ ਸੁਣਨ, ਹੈ ਨਾ, ਉਹਦਾ ਤੁਹਾਡੀਆਂ ਹਿੰਸਾ ਦੀਆਂ, ਹਥਿਆਰਾਂ ਦੀਆਂ ਗੱਲਾਂ ਉਹੀ ਉਹਨਾਂ ਨੂੰ ਖਿੱਚ ਰਹੀਆਂ ਨੇ, ਅਟਰੈਕਟ ਕਰ ਰਹੀਆਂ ਨੇ। ਉਹ ਇਸ ਕਰਕੇ ਖਿੱਚ ਰਹੀਆਂ ਨੇ ਕਿ ਉਹ ਖੁਦ ਆਪ ਬਹੁਤ ਜ਼ਿਆਦਾ ਗਹਿਰੀ ਅਸੁਰੱਖਿਅਤਾ ਦੇ ਵਿੱਚ ਫਸੇ ਹੋਏ ਨੇ, ਇੱਕ ਫਰਸਟ੍ਰੇਸ਼ਨ ਹੈ, ਇੱਕ ਬੇਬਸੀ ਦੇ ਵਿੱਚ ਨੇ ਲੋਕ। ਉਸ ਬੇਬਸੀ ਦੇ ਵਿੱਚ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਪਸੰਦ ਆਉਂਦੀਆਂ ਨੇ ਤੇ ਉਹ ਇਹਨਾਂ ਚੀਜ਼ਾਂ ਨੂੰ ਇੱਕ ਤਰ੍ਹਾਂ ਸੁਣਦੇ ਨੇ ਤੇ ਉਹਨਾਂ ਦੇ ਉੱਪਰ ਲਾਜ਼ਮੀ ਤੌਰ ਤੇ ਇਹਨਾਂ ਦਾ ਅਸਰ ਵੀ ਹੁੰਦਾ ਹੋਊਗਾ। ਇਸ ਕਰਕੇ ਜਿਹੜਾ ਅਜੋਕਾ ਮੀਡੀਆ ਹੈਗਾ, ਪਾਪੂਲਰ, ਜਿਹਨੂੰ ਅਸੀਂ ਕਲਚਰ ਦਾ ਮੁੱਖ ਸਥਲ ਕਹਿੰਦੇ ਆ, ਹੈ ਨਾ, ਤਾਂ ਹੁਣ ਮੀਡੀਆ ਐਂਡ ਪਾਪੂਲਰ ਕਲਚਰ ਅਲੱਗ-ਅਲੱਗ ਚੀਜ਼ਾਂ ਨਹੀਂ ਰਹੀਆਂ, ਇਹ ਹੁਣ ਇੱਕ-ਮਿਕ ਹੋ ਚੁੱਕੀਆਂ ਨੇ। ਮੀਡੀਆ ਦੀ ਨਿਰਭਰਤਾ ਪਾਪੂਲਰ ਕਲਚਰ ਦੇ ਉੱਪਰ ਹੈ ਨਾ, ਪਾਪੂਲਰ ਕਲਚਰ ਦੀ ਨਿਰਭਰਤਾ ਮੀਡੀਆ ਦੇ ਉੱਪਰ ਹੈ ਕਿ ਉਹ ਕਿੰਨਾ ਕੁ ਉਸ ਨੂੰ ਫੈਲਾਉਂਦਾ। ਹੁਣ ਤਾਂ ਇਹ ਵੀ ਨਹੀਂ ਰਿਹਾ ਹੈਗਾ ਕਿ ਤੁਸੀਂ ਕਿਸੇ ਚੀਜ਼ ਦੀ ਰਾਇਲਟੀ ਲੈਣੀ ਆ, ਹੈ ਨਾ, ਹੁਣ ਬਹੁਤ ਸਾਰੇ ਹੋਰ ਤਰੀਕਿਆਂ ਦੇ ਨਾਲ ਜਿਹੜੀ ਹੈਗੀ ਆ ਇਨਕਮ ਹੈ ਉਹ ਗਾਇਕਾਂ ਨੂੰ ਹੋ ਸਕਦੀ ਹੁੰਦੀ ਆ। ਤਾਂ ਇਸ ਰੂਪ ਦੇ ਵਿੱਚ ਜਿਹੜਾ ਪਾਪੂਲਰ ਕਲਚਰ ਹੈਗਾ, ਉਸ ਦੀ ਪਾਲਣਾ ਪੋਸਣਾ ਮੀਡੀਆ ਦੇ ਜਿਹੜੇ ਸਾਰੇ ਢਾਂਚੇ ਨੇ ਉਹਦੇ ਉੱਪਰ ਹੀ ਹੁੰਦੀ ਹੈ। ਇਹਦੇ ਵਿੱਚ ਇੱਕ ਗੱਲ ਇਹ ਨਾਲ ਜੋੜ ਦੇਣੀ ਚਾਹੀਦੀ ਆ ਕਿ ਜਿਹੜਾ ਜਿਹਨੂੰ ਅਸੀਂ ਕਹਿੰਦੇ ਆ ਆਲਟਰਨੇਟਿਵ ਮੀਡੀਆ, ਉਹ ਅਲੱਗ ਚੀਜ਼ ਹੈ ਨਾ। ਜਿਹੜਾ ਮੁੱਖ ਮੀਡੀਆ ਹੈਗਾ, ਮੇਨ ਸਟ੍ਰੀਮ ਮੀਡੀਆ, ਉਹ ਪਾਪੂਲਰ ਕਲਚਰ ਦੀਆਂ ਵਿਉਂਤਾਂ ਦੇ ਮੁਤਾਬਕ ਹੀ ਕੰਮ ਕਰਦਾ ਤੇ ਜਿਹੜੀਆਂ ਜੋ ਵੀ ਚੀਜ਼ ਅਨਕ੍ਰਿਟੀਕਲ, ਵੀ ਤੁਸੀਂ ਸਤਹੀ ਚੀਜ਼ਾਂ ਜੋ ਉੱਥੇ ਪਰੋਸੀਆਂ ਜਾ ਸਕਦੀਆਂ ਹੋਣਗੀਆਂ, ਹੈ ਨਾ, ਉਹ ਸਤਹੀ ਚੀਜ਼ਾਂ ਨੂੰ ਪਰੋਸਣ ਦਾ ਕੰਮ, ਜਿਹੜਾ ਵਿਸ਼ਲੇਸ਼ਣ ਤੋਂ ਸੱਖਣੀਆਂ ਚੀਜ਼ਾਂ ਨੂੰ ਪਰੋਸਣ ਦਾ ਕੰਮ, ਉਹੀ ਮੀਡੀਆ ਨੇ ਕਰਨਾ। ਮੈਨੂੰ ਥੋੜੀ ਜਿਹੀ ਉਦਾਹਰਣ ਯਾਦ ਆ ਰਹੀ ਹੈ ਕਿ ਮੇਰੀ ਬੇਟੀ ਰੇਡੀਓ ਦੇ ਉੱਪਰ ਰੇਡੀਓ ਅਨਾਉਂਸਰ ਦੇ ਤੌਰ ਤੇ ਸਿਲੈਕਟ ਹੋ ਗਈ ਤੇ ਉਹਨੇ ਜਿਹੜਾ ਉਹਨਾਂ ਦਾ ਕੋਰਸ ਕੀਤਾ, ਕੋਰਸ ਕਰਕੇ ਉਸ ਤੋਂ ਬਾਅਦ ਉਹਦੀ ਡਿਊਟੀ ਉਹਨੇ ਲੁਧਿਆਣੇ ਹੀ ਡਿਊਟੀ ਕਰਨੀ ਸੀਗੀ। ਤੇ ਜਦੋਂ ਉਹ ਉੱਥੇ ਜਾ ਕੇ ਉਹਨੇ ਬੋਲਣਾ ਸ਼ੁਰੂ ਕੀਤਾ ਤਾਂ ਜਦ ਕਿ ਜਿਹੜਾ ਉਹਦਾ ਪ੍ਰੋਗਰਾਮ ਐਗਜ਼ੀਕਿਊਟਿਵ ਸੀਗਾ, ਪੈਕਸ ਸੀਗਾ, ਉਹ ਵੀ ਮੇਰਾ ਮਿੱਤਰ ਵੀ ਆ, ਉਹ ਤੇ ਪੁਰਾਣਾ ਜਾਣਕਾਰ ਹੈ ਤੇ ਆਪ ਉਹ ਚੰਗੇ ਸੋਚ ਸਵਾਦ ਵਾਲਾ ਬੰਦਾ ਵੀ ਹੈ। ਪਰ ਜਦੋਂ ਉਹਨੇ ਇਹਨੂੰ ਸੁਣਿਆ, ਉਹ ਕਹਿੰਦਾ ਵੀ ਕੁੜੀਏ, ਇਹੋ ਜਿਹੇ ਸ਼ਬਦ ਸ਼ੁਬਦ, ਇਹੋ ਜਿਹੇ ਵਾਕ ਨਹੀਂ ਬੋਲਣੇ ਹੈਗੇ, ਜਿਹੜੇ ਵਾਕ ਨੂੰ ਸੁਣ ਕੇ ਕਿਸੇ ਨੂੰ ਆਪਣੇ ਦਿਮਾਗ ਤੇ ਬੋਝ ਪਾਉਣਾ ਪਵੇ, ਇਹੋ ਜਿਹਾ ਵਾਕ ਰੇਡੀਓ 'ਚ ਬੋਲਣਾ ਨਹੀਂ ਹੈਗਾ, ਹੈ ਨਾ। ਤੇ ਇਹ ਗੱਲ ਮੈਂ ਪ੍ਰਾਈਵੇਟ ਰੇਡੀਓ ਦੀ ਨਹੀਂ ਕਰ ਰਿਹਾ, ਮੈਂ ਆਲ ਇੰਡੀਆ ਰੇਡੀਓ ਦੀ ਕਰ ਰਿਹਾ, ਹੈ ਨਾ। ਆਲ ਇੰਡੀਆ ਰੇਡੀਓ ਦਾ ਰੂਪ ਵੀ ਉਸੇ ਤਰੀਕੇ ਨਾਲ ਹੋ ਚੁੱਕਿਆ ਜਿਸ ਤਰੀਕੇ ਨਾਲ ਕਿ ਕਿਸੇ ਹੋਰ ਪ੍ਰਾਈਵੇਟ ਨਿੱਜੀ ਕਾਰਪੋਰੇਸ਼ਨ ਦੇ ਰੇਡੀਓ ਦਾ ਰੂਪ ਹੋਊਗਾ, ਹੈ ਨਾ। ਇਹਦਾ ਮਤਲਬ ਹਲਕਾਪਣ, ਸਤਹੀਪਣ, ਪੇਤਲਾਪਣ, ਇਹ ਪ੍ਰਮੁੱਖ ਹੈ। ਗਹਿਰੀ ਗੱਲ, ਦਿਮਾਗ ਤੇ ਬੋਝ ਪਾਉਣ ਵਾਲੀ ਗੱਲ ਜਾਂ ਗੁੱਝੀ ਗੱਲ, ਇਹ ਪਾਪੂਲਰ ਮੀਡੀਆ ਦੇ ਵਿੱਚ ਟਿਕ ਨਹੀਂ ਸਕਦੀ। ਪਾਪੂਲਰ ਕਲਚਰ ਦੀ ਚੀਜ਼, ਇਹਦਾ ਮਤਲਬ ਲੱਛਣ ਕੀ ਹੋਇਆ ਪਾਪੂਲਰ ਕਲਚਰ ਦੀ ਚੀਜ਼ ਦਾ? ਉਹ ਚੀਜ਼ ਅੱਜ ਦੀ ਡੇਟ ਦੇ ਵਿੱਚ, ਹੈ ਨਾ, ਕਿ ਜਿਹਦਾ ਐਨਾਲਿਸਿਸ ਕਰਕੇ ਤਾਂ ਭਾਵੇਂ ਲੱਭ ਲਈਏ ਆਪਾਂ ਵੀ ਉਹਦੇ ਵਿੱਚ ਕੀ ਕੀ ਛੁਪਿਆ ਹੋਇਆ, ਹੈ ਨਾ, ਪਰ ਉਹਦੀ ਜਿਹੜੀ ਉਹਦਾ ਭਾਸ਼ਾ ਹੈਗੀ, ਬੜੀ ਸਪਾਟ ਹੋਣੀ ਚਾਹੀਦੀ ਹੈ ਤੇ ਉਸ ਨੂੰ ਸੁਣਦਿਆਂ ਹੋਇਆਂ ਕਿਸੇ ਕਿਸਮ ਦਾ ਦਿਮਾਗ ਤੇ ਬੋਝ ਪਾਉਣ ਦੀ ਲੋੜ ਨਹੀਂ ਪੈਣੀ ਚਾਹੀਦੀ, ਹੈ ਨਾ। ਕਿਸੇ ਕਿਸਮ ਦੀ ਗਹਿਰੀ ਗੱਲ ਉਹਦੇ ਵਿੱਚ ਹੋਣੀ ਨਹੀਂ ਚਾਹੀਦੀ, ਕੋਈ ਗੰਭੀਰਤਾ ਵਾਲੀ ਚੀਜ਼ ਵੀ ਉਹਦੇ ਵਿੱਚ ਨਹੀਂ ਹੋਣੀ ਚਾਹੀਦੀ, ਹੈ ਨਾ। ਜਿਹੜੀਆਂ ਇਸ ਕਿਸਮ ਦੀਆਂ, ਜਿਵੇਂ ਅਸੀਂ ਪਹਿਲਾਂ ਐਲੀਟ ਨਾਲੋਂ ਨਿਖੇੜਦੇ ਸੀਗੇ, ਹੁਣ ਇਸ ਨੂੰ ਇਕੱਲਾ ਐਲੀਟ ਨਾਲੋਂ ਨਹੀਂ ਨਿਖੇੜਿਆ ਜਾਊਗਾ, ਇਸ ਨੂੰ ਹੁਣ ਅਕਲਮੰਦੀ ਨਾਲੋਂ ਵੀ, ਜਿਹੜਾ ਲੋਕ ਵਿਜ਼ਡਮ ਹੈ, ਲੋਕ ਸਮਝ ਹੈ, ਉਹਦੇ ਨਾਲੋਂ ਵੀ ਨਿਖੇੜਨਾ ਪਊਗਾ ਜਿਹੜਾ ਅੱਜ ਦਾ ਪਾਪੂਲਰ ਕਲਚਰ ਹੈ ਨਾ। ਯਾਨੀ ਅੱਜ ਦਾ ਪਾਪੂਲਰ ਕਲਚਰ ਸਿੰਪਟੋਮੈਟਿਕ ਤਾਂ ਹੈਗਾ ਕਿ ਉਹਦੇ ਸਿੰਪਟਮ ਤਾਂ ਹੈਗੇ ਨੇ ਸਾਡੇ ਦੁੱਖਾਂ ਦਰਦਾਂ ਦੇ, ਹੈ ਨਾ। ਉਹਦੇ ਵਿੱਚ ਜੇ ਵਿਸ਼ਲੇਸ਼ਣ ਕਰਾਂਗੇ ਤਾਂ ਉਸ ਦੀਆਂ ਪਰਤਾਂ ਨੂੰ ਲੱਭਿਆ ਜਾ ਸਕਦਾ, ਪਰ ਉਸ ਦੀ ਜਿਹੜੀ ਸਟਰਕਚਰ ਹੈ, ਜਿਹੜੀ ਉਸ ਦੀ ਆਪਣੀ ਬਣਤਰ ਹੈ,
ਉਸ ਦੇ ਵਿੱਚ ਹਲਕਾਪਣ, ਸਤਹੀਪਣ, ਫੂਹੜਪਣ ਉਹ 'ਚ ਲਾਜ਼ਮੀ ਤੌਰ ਤੇ ਹੋਊਗਾ। ਤੇ ਜਦੋਂ ਇਹ ਹੋਊਗਾ ਤਾਂ ਜਿਹੜੇ ਖੜੋਤ ਮੁਖੀ ਖਿਆਲ ਨੇ ਉਹ ਵੀ ਹਾਵੀ ਹੋਣਗੇ। ਖੜੋਤ ਮੁਖੀ ਖਿਆਲ ਤੇ ਕਈ ਵਾਰ ਪਿੱਛੜਖੁਰੀ ਖਿਆਲ ਵੀ ਹਾਵੀ ਹੋਣਗੇ ਕਿ ਜਿਹੜੀਆਂ ਚੀਜ਼ਾਂ ਬੀਤ ਚੁੱਕੀਆਂ ਨੇ, ਕਿ ਉਹਦੇ ਵਿੱਚ ਜਿਵੇਂ ਖਾਸ ਕਿਸਮ ਦਾ ਮੇਲ ਸ਼ਾਵਨਵਾਦ ਹੈ ਨਾ, ਮਰਦ ਜਿਹੜਾ ਹੈਗਾ ਬਹੁਤ ਕੇਂਦਰੀ ਹੈ। ਕੁੜੀ ਵੀ ਤਾਂ ਇੰਪੋਰਟੈਂਟ ਹੈ ਜੇ ਉਹ ਮਰਦ ਵਾਂਗੂ ਗੈਂਗਸਟਰ ਹੋਵੇ, ਹੈ ਨਾ, ਜਿਹੜੀ ਮਰਦ ਦੀ ਧੌਂਸ ਉਹ ਉਹਦੇ ਵਿੱਚ ਪ੍ਰਮੁੱਖ ਹੈ। ਤੇ ਦੇਖੋ ਤੁਸੀਂ ਅੱਜ ਕੱਲ ਸਾਡੇ ਜਿਹੜੇ ਚੰਗੇ ਭਲੇ ਮੰਨੇ ਜਾਂਦੇ ਗੀਤਕਾਰ ਵੀ ਨੇ, ਉਹ ਵੀ ਪਰੰਪਰਕ ਕਦਰਾਂ ਕੀਮਤਾਂ ਦੀ ਗੱਲ ਵੱਧ ਕਰਦੇ ਹੈ ਨਾ, ਕਿ ਪਰੰਪਰਕ ਕਦਰਾਂ ਕੀਮਤਾਂ ਨੂੰ ਰਿਵਾਈਵ ਕਰਨਾ ਚਾਹੁੰਦੇ ਨੇ, ਹੈ ਨਾ। ਇਹਦਾ ਮਤਲਬ ਨਵੀਆਂ ਕਦਰਾਂ ਕੀਮਤਾਂ ਦੀ ਉਪਜ ਦੀ ਸੰਭਾਵਨਾ ਉਹ ਸਮੇਟ ਚੁੱਕੇ ਨੇ। ਹੈ ਹੀ ਨਹੀਂ ਉਹਨਾਂ ਕੋਲ ਕਿ ਨਵੀਆਂ ਕਦਰਾਂ ਕੀਮਤਾਂ ਨਵੇਂ ਅੱਜ ਦੇ ਯੁੱਗ ਦੇ ਮੁਤਾਬਕ ਹੁਣ ਵਾਹੀ ਜਾਣ ਕੁੜੀਆਂ ਕੇਸ, ਹੈ ਨਾ, ਕੁੜੀਆਂ ਕੇਸ ਵਾਹੁੰਦੀਆਂ ਕਿਸੇ ਨੂੰ ਸੋਹਣੀਆਂ ਲੱਗਦੀਆਂ ਹੋ ਸਕਦੀਆਂ ਨੇ, ਹੈ ਨਾ, ਤੇ ਮਤਲਬ ਲੰਬੇ ਕੇਸ ਰੱਖੋ ਤੇ ਰਿਬਾਉਂਡਿੰਗ ਕਰਾਉਣ ਤੋਂ ਬਿਨਾਂ ਜਿਹੜਾ ਉਹਨਾਂ ਦਾ ਹੈਗਾ ਉਹਨਾਂ ਨੂੰ ਸੰਭਾਲਣਾ, ਇਹ ਕੁੜੀਆਂ ਦਾ ਹੁਣ ਕੰਮ ਹੈ। ਤਾਂ ਮਤਲਬ ਇਸ ਰੂਪ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਤੁਹਾਡੇ ਕੋਲ ਨਵੇਂ ਸਮੇਂ ਦੇ ਮੁਤਾਬਕ ਨਵੀਆਂ ਵੈਲਿਊਜ਼, ਨਵੀਆਂ ਕਦਰਾਂ ਕੀਮਤਾਂ, ਰਿਸ਼ਤਿਆਂ ਦਾ ਨਵਾਂ ਵਿਧਾਨ ਸਾਡੇ ਚਿੱਤ ਖਿਆਲ ਵੀ ਨਹੀਂ ਹੈਗਾ। ਅਸੀਂ ਜਿਹੜਾ ਅਤੀਤ ਮੁਖੀ ਢਾਂਚਾ ਜਾਂ ਤਾਂ ਉਹ ਚੱਲੂਗਾ, ਤੇ ਅਤੀਤ ਮੁਖੀ ਢਾਂਚੇ ਦੇ ਵਿੱਚ ਦਾਬਾ ਵੀ ਹੈਗਾ, ਅਤੀਤ ਮੁਖੀ ਢਾਂਚੇ ਦੇ ਵਿੱਚ ਇੱਕ ਆਪਣੇ ਤਰ੍ਹਾਂ ਦਾ ਰੋਮਾਂਸ ਵੀ ਹੈਗਾ, ਜਿਹੜਾ ਕਿ ਜਦੋਂ ਅਸੀਂ ਪੁਰਾਣੀਆਂ ਕਦਰਾਂ ਕੀਮਤਾਂ ਦੇ ਪ੍ਰਤੀ ਨਸਟੈਲਜਿਕ ਹੁੰਦੇ ਆ, ਉਹਨਾਂ ਦੇ ਪ੍ਰਤੀ ਅਸੀਂ ਹੇਰਵਾ ਮਹਿਸੂਸ ਕਰਦੇ ਹਾਂ ਵੀ ਉਹ ਬੜੀਆਂ ਚੰਗੀਆਂ ਹੁੰਦੀਆਂ ਸੀ, ਹੈ ਨਾ। ਤਾਂ ਇਹ ਸਾਰਾ ਕੁਝ ਕੁੱਲ ਮਿਲਾ ਕੇ ਇਹ ਦੱਸਦਾ ਕਿ ਸਾਡੇ ਕੋਲ ਨਵੇਂ ਮਨੁੱਖ ਦੇ ਤੇ ਨਵੀਆਂ ਕੁੜੀਆਂ ਤੇ ਨਵੇਂ ਮੁੰਡਿਆਂ ਦੇ ਹਾਣ ਦੀਆਂ ਕਦਰਾਂ ਕੀਮਤਾਂ ਨਹੀਂ ਹੈਗੀਆਂ। ਇਹ ਜਿਹੜੀਆਂ ਪੁਰਾਣੀਆਂ ਕਦਰਾਂ ਕੀਮਤਾਂ ਨੇ, ਇਹਨਾਂ ਦਾ ਬੋਲਬਾਲਾ ਤੁਸੀਂ ਦੇਖ ਸਕਦੇ ਹੋ। ਕਈਆਂ ਦੇ ਵਿੱਚ ਬਹੁਤ ਚੰਗੇ ਗੀਤ ਨੇ, ਉਹਨਾਂ ਦੇ ਵਿੱਚ ਵੀ ਪੁਰਾਣੀਆਂ ਕਦਰਾਂ ਕੀਮਤਾਂ ਦਾ ਬੋਲਬਾਲਾ ਹੈ ਨਾ। ਜਿਹੜੇ ਫੂਹੜ ਗੀਤ ਨੇ ਉਹਨਾਂ ਦੇ ਵਿੱਚ ਵੀ ਉਹੀ ਪੁਰਾਣੀਆਂ ਜਾਤੀਵਾਦੀ, ਮਰਦ ਪੱਖੀ, ਸੰਪਰਦਾਇਕ, ਹੈ ਨਾ, ਕਦਰਾਂ ਕੀਮਤਾਂ ਦਾ ਬੋਲਬਾਲਾ ਦੇਖੋਗੇ। ਥੋੜੇ ਜਿਹੇ ਫਰਕ ਨਾਲ, ਥੋੜੇ ਜਿਹੇ ਵੱਖਰੇ ਸ਼ਬਦਾਂ ਦੇ ਵਿੱਚ ਜੇ ਕੋਈ ਬੰਦਾ ਥੋੜੀ ਜਿਹੀ ਨਫਾਸਤ ਨਾਲ ਭਾਸ਼ਾ ਦੀ ਵਰਤੋਂ ਕਰਦਾ, ਉਹਦੇ ਵਿੱਚ ਵੀ ਤੁਸੀਂ ਪੁਰਾਣੀਆਂ ਕਦਰਾਂ ਕੀਮਤਾਂ ਦੀ ਹੀ ਜਿਹੜੀ ਗਲੋਰੀਫਿਕੇਸ਼ਨ ਹੈ, ਉਹਦਾ ਰੋਮਾਨੀਕਰਨ ਹੈ, ਉਹ ਦੇਖੋਗੇ। ਇਸ ਕਰਕੇ ਜਿਹੜਾ ਪਪੂਲਰ ਕਲਚਰ ਹੈ ਉਹ ਲਾਜ਼ਮੀ ਤੌਰ ਤੇ ਜਿਹੜਾ ਸਾਡਾ ਅਜੋਕਾ ਪਪੂਲਰ ਕਲਚਰ ਹੈ, ਇਹ ਵਰਤਮਾਨ ਦੇ ਵਿੱਚ ਜਿਹੜਾ ਸਾਡਾ ਹੁਣ ਦਾ ਮਨੁੱਖ ਹੈ ਉਸ ਦੀਆਂ ਮਨੋਭਾਵਕ ਤੇ ਸਮਾਜਿਕ ਉਹਦੀਆਂ ਮੰਗਾਂ ਨੇ ਉਸ ਦੇ ਅਨੁਰੂਪ ਨਹੀਂ ਹੈਗਾ।